ਅੱਜ ਹਾਲਾਤ ਇੱਥੋਂ ਤੱਕ ਆ ਗਏ ਵੀ ਜਿਹੜੇ ਜਥੇਬੰਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ 50 ਲੱਖ ਕਰੋੜ ਤੱਕ ਦੀ ਵੀ ਜਿਨ੍ਹਾਂ ਨੂੰ ਮਦਦ ਉੱਥੇ ਸਟੇਜ ਤੇ ਮਿਲ ਜਾਂਦੀ ਸੀ, ਉਹ ਹੁਣ ਸਟੇਜਾਂ ਤੇ ਖੜ ਖੜ ਕੇ ਪੈਸੇ ਮੰਗਦੇ ਆ। ਅੱਜ ਹਾਲਾਤ ਇੱਥੋਂ ਤੱਕ ਆ ਗਏ ਕਿ ਉਹਦੇ ਲਈ ਕੌਣ ਜ਼ਿੰਮੇਵਾਰ? ਤੇ ਜੇ ਅੱਜ ਇਹ ਸਾਰੇ ਹਾਲਾਤ ਪੈਦਾ ਹੋਏ ਤੇ ਇਹਨਾਂ ਚੋਂ ਨਿਕਲਿਆ ਕਿਵੇਂ ਜਾਵੇ? ਹੁਣ ਸਵਾਲ ਹੈ ਸੀ ਇਹਨਾਂ ਚੋਂ ਨਿਕਲਿਆ ਕਿਵੇਂ ਜਾਵੇ? ਇਹਨਾਂ ਚੋਂ ਨਿਕਲਣ ਲਈ ਇਹੀ ਇੱਕ ਮੈਨੂੰ ਤਰੀਕਾ ਲੱਗਾ ਵੀ ਇਸ ਮੋਰਚੇ ਦੇ ਵਾਰਸ ਬਣਾਇਆ ਜਾਵੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਲਾਵਾਰਸ ਹੋ ਕੇ ਵਾਪਸ ਆਏ। ਇਸ ਲਈ ਮੈਨੂੰ ਇੰਝ ਲੱਗਿਆ ਕਿ ਇਹਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਲਈ ਇਹਨਾਂ ਨੇ ਆਪਣੇ ਅੰਦਰ ਇੱਕ ਸਵਾਭਿਮਾਨ ਪੈਦਾ ਕਰਨ ਵਾਸਤੇ, ਇੱਕ ਜਜ਼ਬਾ ਪੈਦਾ ਕਰਨ ਵਾਸਤੇ ਵੀ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਕਰ ਸਕਦੇ ਹੋ, ਤੁਸੀਂ ਅੰਦੋਲਨ ਖੁਦ ਕਰ ਸਕਦੇ ਹੋ, ਤੁਸੀਂ ਅੰਦੋਲਨ ਦੀ ਅਗਵਾਈ ਕਰ ਸਕਦੇ ਹੋ, ਤੁਸੀਂ ਕਰਨ ਦੇ ਕਾਬਿਲ ਹੋ, ਤੁਹਾਡੇ ਅੰਦਰ ਇੱਕ ਜਜ਼ਬਾ ਪੈਦਾ ਹੋ। ਜੇ ਆਗੂਆਂ ਨੇ ਇਸ ਸਮਰਥਨ ਨੂੰ ਸਵੀਕਾਰ ਨਾ ਕੀਤਾ ਤੇ ਉਸ ਤੋਂ ਬਾਅਦ ਜਿਹੋ ਜਿਹੇ ਵੀ ਹਾਲਾਤ ਪੈਦਾ ਹੋਣਗੇ ਉਸ ਲਈ ਉਹ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਹੀ ਜ਼ਿੰਮੇਵਾਰੀਆਂ ਹੋਣਗੀਆਂ, ਹੋਰ ਇਹਦੇ ਲਈ ਕੋਈ ਜ਼ਿੰਮੇਵਾਰੀ ਨਹੀਂ ਹੁੰਦਾ। ਪਰ ਮੋਰਚੇ ਨੂੰ ਅਸੀਂ ਕਿਸੇ ਕੰਮ ਕੀਮਤ 'ਤੇ ਨਾ ਤਾਂ ਫੇਲ ਹੋਣ ਦੇਵਾਂਗੇ, ਨਾ ਬਿਨਾਂ ਪ੍ਰਾਪਤੀਆਂ ਤੋਂ ਵਾਪਸ ਹੋਣ। ਕੋਈ ਜਥੇਬੰਦੀ ਰਾਜੇ ਵਾਲਾ ਹੈ, ਕੋਈ ਰੁਲਦੂ ਹੈ, ਕੋਈ ਡੱਲੇ ਵਾਲਾ, ਕੋਈ ਆਪਣਾ ਉਗਰਾਹ ਹੈ, ਕੋਈ ਹੋਰ ਹੈ, ਫਲਾਣਾ ਧਮਕਾ, ਉਹਨਾਂ ਦੇ ਨਾਵਾਂ ਨਾਲ ਆ। ਪਰ ਤੁਸੀਂ ਜਿਹੜੀ ਜਥੇਬੰਦੀ ਅੱਜ ਬਣਾ ਕੇ ਚੱਲੇ ਹੋ, ਇਹ ਕਿਸੇ ਦੇ ਨਾਮ ਨਾਲ ਨਹੀਂ, ਕਿ ਇਹ ਸ਼ਹੀਦਾਂ ਦੀ ਜਥੇਬੰਦੀ ਹੈ। ਤਾਂ ਇਹ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ ਵੀ ਜਿਨ੍ਹਾਂ ਨੇ ਕਿਸਾਨੀ ਸੰਘਰਸ਼ 'ਚ ਸ਼ਹੀਦੀਆਂ ਦਿੱਤੀਆਂ ਉਹਨਾਂ ਦੀ ਜਥੇਬੰਦੀ ਹੋਣੀ ਚਾਹੀਦੀ ਹੈ, ਜਿਹਨੂੰ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਇਹ ਹੱਸ ਕੇ ਪ੍ਰਵਾਨ ਕਰ ਲੈਣਗੇ? ਇਹ ਵਨ ਮੈਨ ਸ਼ੋਅ ਆ ਉਹਨਾਂ ਦਾ, ਸਾਰੇ ਜਥੇਬੰਦੀਆਂ ਦਾ, ਵੀ ਉਹ ਆਗੂ ਜਿੱਦਣ ਉਹ ਆਪਣੀ ਜਥੇਬੰਦੀ ਦਾ ਪ੍ਰਧਾਨ ਬਣ ਜਾਂਦਾ ਨਾ, ਉਹਦੀ ਮੌਤ ਤੋਂ ਬਾਅਦ ਹੀ ਫਿਰ ਉਹ ਜਗ੍ਹਾ ਖਾਲੀ ਹੁੰਦੀ। ਹੁਣ ਪੱਠਾ ਮਜ਼ਦੂਰ ਆ, ਤੁਸੀਂ ਜੇ ਵੇਖ ਲਓ ਵੀ ਪੱਠਿਆਂ ਦੇ ਉੱਤੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਇਹਨਾਂ ਲੋਕਾਂ ਨੇ, ਔਰ ਉਹਨਾਂ ਦੀਆਂ ਯੂਨੀਅਨਾਂ ਬਣਾਈਆਂ ਪੱਠਿਆਂ, ਉਹਨਾਂ ਦੀ ਯੂਨੀਅਨ ਦੇ ਥਰੂ ਉਹ ਪੱਠੇ ਬੰਦ ਕਰਵਾ ਦਿੱਤੇ ਗਏ ਤੇ ਆਪ ਉਹ ਪੱਠੇ ਖਰੀਦ ਕੇ ਉਹਨਾਂ ਦੇ ਮਾਲਕ ਬਣ ਗਏ। ਮਤਲਬ ਇਹ ਇਸ ਤਰ੍ਹਾਂ ਦਾ ਟ੍ਰੈਂਡ ਜਿਹੜਾ ਮੈਂ ਸਾਰਾ ਕੁਝ ਵੇਖਿਆ ਨਾ, ਮੈਨੂੰ ਐਂ ਲੱਗਿਆ ਵੀ ਇਹ ਵੀ ਇੱਕ ਤਰ੍ਹਾਂ ਦਾ ਨਾ, ਜਿਵੇਂ ਜਿਹੜਾ ਇਹਨਾਂ ਦਾ ਵੀ ਸਿਸਟਮ ਹੈ ਇੱਕ ਤਰ੍ਹਾਂ ਦਾ ਮਾਫੀਆ ਵਰਗਾ ਹੀ ਹੋਇਆ, ਕੋਈ ਬਹੁਤਾ ਫਰਕ ਨਹੀਂ। ਜੇ ਇਹਨਾਂ ਨੂੰ ਲੱਗਦਾ ਹੈ ਕਿ ਸੰਘਰਸ਼ ਨੂੰ ਜਿਹੜੀ ਖੜੋ ਤੋੜਨ ਵਾਸਤੇ ਕੋਈ ਪ੍ਰੋਗਰਾਮ ਦੇਣਾ ਬਣਦਾ ਹੈ ਤੇ ਜਥੇਬੰਦੀਆਂ ਤੁਹਾਡੇ ਸਾਰੇ ਸਹਿਯੋਗ, ਸਾਰੇ ਸੁਝਾਵਾਂ ਤੋਂ ਬਾਅਦ ਨਹੀਂ ਦਿੰਦੀਆਂ, ਫਿਰ ਤੁਸੀਂ ਆਪ ਦੇ ਦਿਓ। ਜਿਹੜੇ ਉਹ ਕਹਿੰਦੇ ਨੇ ਇਹਨਾਂ ਨੂੰ ਗੱਲ ਵਾਰ-ਵਾਰ ਚੁਣੌਤੀਆਂ ਦਿੰਦੇ ਨੇ ਵੀ ਜਿਨ੍ਹਾਂ ਦਾ ਜ਼ਿਆਦਾ ਖੂਨ ਗਰਮ ਉਹ ਆਪ ਕਰਨ, ਹੈ ਨਾ। ਤੇ ਜੇ ਤੁਹਾਨੂੰ ਲੱਗਦਾ ਜੇ ਤੁਹਾਡੇ 'ਚ ਕੋਈ ਅਣਖ ਜਾਂ ਗੈਰਤ ਨਾਂ ਦੀ ਕੋਈ ਚੀਜ਼ ਹੈਗੀ ਆ ਤੇ ਫਿਰ ਕਰਕੇ ਵਿਖਾਓ। ਬਕਾਇਦਾ ਸੰਵਿਧਾਨ ਨਾਲ ਇਹ ਜਥੇਬੰਦੀ ਚੱਲੇਗੀ। ਸਾਡਾ ਇੱਕ ਵਾਰੀ ਪ੍ਰਧਾਨ ਬਣ ਗਿਆ ਤਾਂ ਸਾਰੀ ਉਮਰ ਨਹੀਂ ਰਹੇਗਾ। ਇੱਕ ਪ੍ਰਧਾਨ ਨੂੰ 2 ਟਰਮ ਮਿਲਣਗੇ, ਇੱਕ ਟਰਮ 2 ਸਾਲ ਦੀ ਹੋਏਗੀ। ਬਕਾਇਦਾ ਇਹ ਸਾਰਾ ਸਿਸਟਮ ਜਿਹੜਾ ਉਹ ਸੰਵਿਧਾਨ ਵਿੱਚ ਲਿਖਤੀ ਹੋਏਗਾ। ਮੇਰਾ ਨੌਜਵਾਨਾਂ ਨੂੰ ਜਿਹੜਾ ਹੈਗਾ ਮੈਸੇਜ ਉਹ ਕਲੀਅਰ ਹੀ ਹੈ ਕਿ ਸਾਡੀ ਪਹਿਲੀ ਪ੍ਰਾਥਮਿਕਤਾ ਮੋਰਚੇ ਨੂੰ ਜਿੱਤਣਾ, ਉਹਦੇ ਬਾਅਦ ਦੂਸਰੀਆਂ ਗੱਲਾਂ, ਤੇ ਮੋਰਚਾ ਜਿੱਤਣ ਵਾਸਤੇ ਤੁਹਾਨੂੰ ਲਾਮਬੰਦ ਹੋਣਾ ਪੈਣਾ ਹੈ ਔਰ ਉਹਦੇ ਲਈ ਅੱਜ ਉਹਨਾਂ ਲਈ ਪਲੇਟਫਾਰਮ ਜਿਹੜਾ ਬਣਾ ਦਿੱਤਾ ਹੈ। ਪੰਜਾਬ ਦੇ ਵਿੱਚ ਉਹਨੇ ਜ਼ਿਲ੍ਹੇ ਨਹੀਂ ਜਿੰਨੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਪਿਛਲੇ ਸਮਿਆਂ ਦੇ ਵਿੱਚ ਬਣ ਚੁੱਕੀਆਂ। 2020 ਦੇ ਵਿੱਚ ਇੱਕ ਨਵੀਂ ਮੁਸੀਬਤ ਜਿਹੜੀ ਕਿਸਾਨਾਂ ਦੇ ਗੱਲ ਪਈ, ਭਾਰਤ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਨਾਮ ਦੀ ਜਿਹੜੀ ਇੱਕ ਬਲਾ ਹੈ ਉਹ ਕਿਸਾਨਾਂ ਦੇ ਸਿਰ ਤੇ ਸੁੱਟੀ ਤਾਂ ਕਿਸਾਨ ਐਕਟਿਵ ਹੋਏ। ਪੂਰੀ ਦੁਨੀਆ ਭਰ ਦੇ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਨਿੱਤਰ ਸਕਦੇ ਸੀ, ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। 500 ਤੋਂ ਉੱਤੇ ਲੋਕਾਂ ਦੀ ਜਾਨ ਜਿਹੜੀ ਹੈ ਸੰਘਰਸ਼ ਦੇ ਵਿੱਚ ਚਲੀ ਗਈ ਹੈ। ਤਾਂ ਉਹ ਸੰਘਰਸ਼ ਇੱਕ ਸਮਾਂ ਸੀ ਜਦੋਂ ਪੀਕ ਤੇ ਚਲਾ ਗਿਆ। ਭਾਰਤ ਸਰਕਾਰ ਦੀਆਂ ਚਲਾਕੀਆਂ ਕਰਕੇ, ਰਾਜ ਦੀ ਤਾਕਤ ਕਰਕੇ, ਕਈ ਤਰੀਕਿਆਂ ਕਰਕੇ ਜਿਹੜਾ ਕਿ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਢਾਹ ਵੀ ਲੱਗੀ। ਨੌਜਵਾਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਤਾਂ ਹਾਲ ਦੀ ਘੜੀ ਹੁਣ ਜਿੱਥੇ ਅਸੀਂ ਜੂਨ ਮਹੀਨਾ ਇੱਕ ਸਾਲ ਵੱਲ ਨੂੰ ਵਧ ਰਿਹਾ ਸੰਘਰਸ਼ ਲਗਾਤਾਰ, ਔਰ ਦਾਅਵੇ ਆ ਕਿਸਾਨ ਲੀਡਰਾਂ ਦੇ ਕਿ ਸਾਡਾ ਸੰਘਰਸ਼ ਜਿਹੜਾ 2024 ਤੱਕ ਚੱਲ ਸਕਦਾ ਹੈ, 24 ਤੋਂ ਗਾਂਹ ਤੱਕ ਵੀ ਚੱਲ ਸਕਦਾ ਹੈ। ਤਾਂ ਉਹਨਾਂ ਸਮਿਆਂ ਦੇ ਵਿੱਚ ਨੌਜਵਾਨਾਂ ਦੀ ਇੱਕ ਨਵੀਂ ਜਥੇਬੰਦੀ ਜਿਹੜੀ ਹੈ ਅੱਜ ਹੋਂਦ 'ਚ ਆ ਗਈ ਹੈ। ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਦਾ ਪਰਿਵਾਰ ਸਾਡੇ ਨਾਲ ਮੌਜੂਦ ਆ। ਵੀਰ ਨਵਰੀਤ ਸਿੰਘ ਦੇ ਦਾਦਾ ਜੀ ਬਾਬਾ ਹਰਦੀਪ ਸਿੰਘ ਡਿਬਡਿਬਾ ਅੱਜ ਇਸ ਜਥੇਬੰਦੀ ਦੇ ਐਲਾਨ ਮੌਕੇ ਪਹੁੰਚੇ ਹੋਏ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਪੰਜਾਬ 'ਚ ਉਨੇ ਜ਼ਿਲ੍ਹੇ ਨਹੀਂ ਗੇ ਜਿੰਨੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ, ਤਾਂ ਮਸਲਾ ਖੈਰ ਬਹੁਤ ਵੱਡਾ ਜਿਹੜਾ ਖੇਤੀ ਕਾਨੂੰਨਾਂ ਦਾ। ਭਾਰਤ ਸਰਕਾਰ ਜਿਹੜੀ ਆ ਉਹ ਦੇਸ਼ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣੇ ਵਾਲਿਆਂ ਨੂੰ, ਯੂਪੀ, ਬਿਹਾਰ, ਉੱਤਰਾਖੰਡ, ਜਿੰਨੇ ਵੀ ਕਿਸਾਨ ਭਾਰਤ ਦੇ ਕਈ ਰਾਜਾਂ ਦੇ ਵਿੱਚ ਜਿਹੜੇ ਕੁਛ ਟੋਟੇ ਜੋੜ ਕੇ ਇੱਕ ਮੁਲਕ ਬਣਿਆ, ਉਹ ਕਿਸਾਨੀ ਕਰਦੇ ਸਾਰਿਆਂ ਨੂੰ ਉਹ ਗੁਲਾਮ ਬਣਾ ਕੇ ਉਹਨਾਂ ਦੀ ਜ਼ਮੀਨ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਤਾਂ ਜਿਹੜੀ ਤੁਹਾਡੇ ਜਥੇਬੰਦੀ ਦਾ ਐਲਾਨ ਉਹਨਾਂ ਦਿਨਾਂ 'ਚ ਆ ਕੇ ਹੋ ਰਿਹਾ, ਜਦੋਂ ਪਹਿਲਾਂ ਹੀ ਜਥੇਬੰਦੀਆਂ ਜ਼ਿਆਦਾ ਸੀ, ਲੋਕ ਮਗਰ ਘੱਟ ਸੀ,
ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਜਥੇਬੰਦੀ ਐਲਾਨ ਕਰਨ ਦਾ ਐਡਾ ਕੀ ਮਜਬੂਰੀ ਕੀ ਹੋ ਗਈ ਵੀ ਅੱਜ ਜਥੇਬੰਦੀ ਬਣਾਉਣੀ ਪਈ? ਹਾਂ ਦੇਖੋ, ਤੁਸੀਂ ਜਾਣਦੇ ਮੈਂ ਡੇ 1 ਤੋਂ ਮੋਰਚੇ ਦੇ ਨਾਲ ਸੀਗਾ, ਮਤਲਬ ਨਵਰੀ ਦੀ ਸ਼ਹਾਦਤ ਤੋਂ ਪਹਿਲਾਂ ਤੋਂ, ਵੀ ਇਹ ਨਹੀਂ ਮੈਂ ਸ਼ਹਾਦਤ ਤੋਂ ਬਾਅਦ ਆਇਆ। ਪਰ ਜਿਹੜੇ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਿਸ ਤਰ੍ਹਾਂ ਦਾ ਮੋਰਚੇ ਦਾ ਜਿਵੇਂ ਉੱਥੇ ਬਿਖਰਾਵ ਸੀ, ਜਿਵੇਂ ਨਿਰਾਸ਼ਾ ਸੀ, ਜਿਵੇਂ ਇਹ ਵਿਸ਼ਵਾਸ ਸੀਗਾ, ਖਾਸ ਕਰਕੇ ਨੌਜਵਾਨ ਜਿਸ ਤਰ੍ਹਾਂ ਦਾ ਪ੍ਰਭਾਵ ਲੈ ਕੇ ਵਾਪਸ ਮੁੜਿਆ 26 ਤਰੀਕ ਨੂੰ, ਵੀ ਜਿਹੜੀ ਕਾਲ ਸੀ 26 ਜਨਵਰੀ ਦੀ ਉਹ ਸੀਗੀ ਕਿ ਅਸੀਂ ਲਾਲ ਕਿਲ੍ਹੇ ਤੇ ਪਰੇਡ ਕਰਨੀ ਆ, ਉਸ ਪਰੇਡ ਦੇ ਪੈਰਲਲ ਪਰੇਡ ਕਰਨੀ ਆ। ਜਿਹੜੇ ਉੱਥੇ ਸਟੇਜ 'ਤੇ ਜਿਹੜੇ ਸੀਗੇ ਮਤਲਬ ਜਿਹੜੀਆਂ ਵਾਰਾਂ ਗਾਈਆਂ ਗਈਆਂ ਉਹ ਸਿੱਖ ਜਜ਼ਬਿਆਂ ਨੂੰ ਉਭਾਰਨ ਵਾਲੀਆਂ ਗਈਆਂ ਔਰ ਜਿਹੜੇ ਸਿੱਖਾਂ ਵੱਲੋਂ ਜਿਹੜਾ ਲਾਲ ਕਿਲ੍ਹੇ ਨੂੰ ਕਿੰਨੀ ਵਾਰੀ ਫਤਿਹ ਕੀਤਾ ਗਿਆ ਹੈ, ਮਤਲਬ ਇਹੋ ਜਿਹਾ ਜਜ਼ਬਾਤ ਉਭਾਰ ਕੇ ਨੌਜਵਾਨਾਂ ਨੂੰ ਉੱਥੇ ਲਿਜਾਇਆ ਗਿਆ ਔਰ ਨੌਜਵਾਨ ਬੜੇ ਚਾਵਾਂ ਨਾਲ ਮਤਲਬ ਇਸ ਸੰਘਰਸ਼ ਵਿੱਚ ਸ਼ਾਮਲ ਹੋਇਆ। ਮਤਲਬ ਹਜ਼ਾਰਾਂ ਨਹੀਂ ਲੱਖਾਂ ਰੁਪਈਆ ਖਰਚ ਕੀਤਾ ਨੌਜਵਾਨਾਂ ਨੇ ਇਸ 26 ਜਨਵਰੀ ਦੀ ਕਾਲ ਨੂੰ ਨੇਪਰੇ ਚੜਾਉਣ ਵਾਸਤੇ, ਵੀ ਜਿਹੜੇ ਸਾਡੇ ਲੀਡਰਾਂ ਨੇ ਕਾਲ ਦਿੱਤੀ ਹੈ ਕਿਸੇ ਗੱਲੋਂ ਕੋਈ ਘਾਟ ਨਾ ਰਹਿ ਜਾਏ, ਹਰ ਹੀਲਾ ਉਹਨਾਂ ਨੇ ਵਰਤੀ। ਪਰ ਹੈਰਾਨੀ ਇਹ ਉਸ ਵੇਲੇ ਹੋਈ ਵੀ ਜਦੋਂ ਸਾਰਾ ਮੋਰਚਾ ਜਿਹੜਾ ਸੀਗਾ 26 ਤਰੀਕ ਨੂੰ ਜਿਹੜਾ ਸੀਗਾ ਉਹ ਸ਼ਾਮ ਹੁੰਦਿਆਂ ਮਤਲਬ ਇਸ ਤਰ੍ਹਾਂ ਦਾ ਪ੍ਰਭਾਵ ਸਿਰ ਦਿੱਤਾ ਗਿਆ ਕਿ ਜਿਵੇਂ ਮੋਰਚੇ ਦਾ ਕੋਈ ਵਾਰਸ ਹੀ ਨਾ ਹੋ। ਔਰ ਸਾਰੇ ਜਿਹੜੇ ਆਗੂ ਸੀਗੇ ਜਿਹੜੇ ਉਸ ਤਰ੍ਹਾਂ ਨੇ ਉਹਨਾਂ ਨੇ ਜਿਹੜਾ ਰਵੱਈਆ ਅਖਤਿਆਰ ਕੀਤਾ ਵੀ ਜਿਵੇਂ ਸਾਰਾ ਬਲੇਮ ਨੌਜਵਾਨਾਂ 'ਤੇ ਸਿੱਟ ਕੇ ਆਪਣੇ ਆਪ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਹਨਾਂ ਨੂੰ ਇਹ ਬਲੇਮ ਤਾਂ ਨਹੀਂ ਕਰਦਾ ਵੀ ਉਹ ਇਸ ਮੋਰਚੇ ਨੂੰ ਸਹੀ ਦਿਸ਼ਾ ਨਹੀਂ ਦੇ ਸਕੇ, ਕਿਉਂਕਿ ਏਡੇ ਵੱਡੇ ਇਕੱਠ ਨੂੰ ਸਹੀ ਦਿਸ਼ਾ ਜਾਂ ਔਰਗਨਾਈਜ਼ ਤਰੀਕੇ ਨਾਲ ਲਿਜਾਣਾ ਸੰਭਵ ਹੀ ਨਹੀਂ ਹੈਗਾ। ਇਹ ਤਾਂ ਹੋ ਸਕਦਾ ਸੀਗਾ ਵੀ ਉੱਥੇ ਕੁਛ ਆਪ ਮੁਹਾਰਾ ਵੀ ਹੋ ਜਾਂਦਾ, ਕੁਛ ਗਲਤੀਆਂ ਵੀ ਹੋ ਜਾਂਦੀਆਂ, ਕੁਛ ਘਟਨਾਵਾਂ ਵੀ ਹੋ ਜਾਂਦੀਆਂ, ਤੇ ਇਹ ਤਾਂ ਹੋ ਸਕਦਾ ਸੀ। ਪਰ ਉਹਨਾਂ ਘਟਨਾਵਾਂ ਤੋਂ ਬਾਅਦ ਲੀਡਰਸ਼ਿਪ ਦਾ ਜਿਹੜਾ ਰਵੱਈਆ ਸੀਗਾ, ਜਿਹੜਾ ਉਹ ਉਹਨਾਂ ਨੇ ਲਾਈਨ ਅਖਤਿਆਰ ਕੀਤੀ, ਜਿਹੜੀ ਲਾਈਨ ਸਰਕਾਰ ਦੀ ਸੀ ਉਹੀ ਲਾਈਨ ਸਾਡੀ ਲੀਡਰਸ਼ਿਪ ਨੇ ਅਖਤਿਆਰ ਕਰ ਲਈ। ਜਿਵੇਂ ਉਹਨਾਂ ਨੌਜਵਾਨਾਂ ਨੂੰ ਲਾਵਾਰਸ ਛੱਡਿਆ, ਉਹਨਾਂ ਨੇ ਮਤਲਬ ਰੱਦ ਹੀ ਕਰ ਦਿੱਤਾ ਕਿ ਸਾਡੇ ਹੈ ਹੀ ਨਹੀਂ। ਕਿ ਐਡੀ ਵੱਡੀ ਗਿਣਤੀ ਨੂੰ ਤੁਸੀਂ ਯਕੀਨ ਨਾਲ ਕਹਿ ਸਕਦੇ ਆ ਕਿ ਇਹ ਏਜੰਸੀਆਂ ਦੇ ਬੰਦੇ ਸੀ, ਜਾਂ ਇਹ ਅੰਦੋਲਨ ਦਾ ਹਿੱਸਾ ਨਹੀਂ ਸੀਗੇ, ਜਾਂ ਇਹ ਸ਼ਰਾਰਤੀ ਅਨਸਰ ਸੀਗੇ ਸਾਰੇ। ਮਤਲਬ ਇਹੋ ਜਿਹੇ ਫਤਵੇ ਜਦੋਂ ਨੌਜਵਾਨਾਂ ਨੂੰ ਦਿੱਤੇ ਗਏ, ਤੇ 26 ਤਰੀਕ ਨੂੰ ਹੀ ਨੌਜਵਾਨ ਜਿਹੜਾ ਸੀ ਉਹ ਮੋਰਚੇ ਵੱਲੋਂ ਉਹਨਾਂ ਨੇ ਕੰਡ ਕਰ ਲਈ ਔਰ ਸਾਰਾ ਵਾਪਸ ਆ ਗਿਆ। ਔਰ ਕਿਉਂਕਿ ਇੱਕ ਬੰਨੇ ਨਵਰੀਤ ਦੀਆਂ ਅੰਤਿਮ ਰਸਮਾਂ ਹੋ ਰਹੀਆਂ ਸੀ, ਉੱਧਰ ਦੂਜੇ ਬੰਨੇ ਮੋਰਚੇ ਦੇ ਜਿਹੜੀਆਂ ਖਬਰਾਂ ਆ ਰਹੀਆਂ ਸੀ ਉਹ ਇੰਨੀਆਂ ਡਰਾਵਣੀਆਂ ਸੀਗੀਆਂ, ਕਿਉਂਕਿ ਰਾਜਸਥਾਨ ਬਾਰਡਰ 'ਤੇ ਜਿੱਥੇ ਮੈਂ ਸੀ ਉੱਥੇ ਤਾਂ 26 ਤਰੀਕ ਨੂੰ ਹੀ ਮੋਰਚਾ ਉਖੜ ਗਿਆ ਸੀ। 27 ਨੂੰ ਸਿੰਘੂ ਬਾਰਡਰ 'ਤੇ ਆਪਣਾ ਗਾਜ਼ੀਪੁਰ ਬਾਰਡਰ 'ਤੇ ਜਿੱਥੇ ਨਵਰੀਤ ਸੀ ਉਸ ਮੋਰਚੇ 'ਤੇ ਵੀ ਹਮਲਾ ਹੋ ਗਿਆ ਔਰ ਟਕੈਤ ਸਾਹਿਬ ਨੇ ਲਾਸਟ ਮੂਮੈਂਟ 'ਤੇ ਆਣ ਕੇ ਉਸ ਨੂੰ ਮੋਰਚੇ ਨੂੰ ਸੰਭਾਲ ਲਿਆ। 28 29 ਨੂੰ ਸਿੰਘੂ ਬਾਰਡਰ 'ਤੇ ਹਮਲਾ ਹੋ ਗਿਆ। ਹੁਣ ਸਿੰਘੂ ਬਾਰਡਰ 'ਤੇ ਜਿਹੜਾ ਹਮਲਾ ਹੁੰਦਾ, ਉਸ ਸਮੇਂ ਦੀ ਵੀ ਜਿਹੜੀ ਸਾਡੀ ਲੀਡਰਸ਼ਿਪ ਦੀ ਅਪਰੋਚ ਸੀ ਉਹ ਇੰਨੀ ਮਾੜੀ ਸੀਗੀ ਵੀ ਜਿਹੜੇ ਹਮਲਾਵਰ ਸੀਗੇ ਉਹ ਜਿਨ੍ਹਾਂ 'ਤੇ ਹਮਲਾ ਕਰ ਰਹੇ ਸੀਗੇ, ਬਜਾਏ ਇਸ ਦੇ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਪਹਿਲਾਂ ਆਪਣੇ ਜਿਹੜੇ ਮੋਰਚੇ ਵਿੱਚ ਆਏ ਹੋਏ ਲੋਕ ਸੀ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਂਦਾ, ਉਸ ਦੀ ਬਜਾਏ ਇਹ ਕਿਹਾ ਗਿਆ ਕਿ ਉਹ ਜਿਹੜਾ ਅਗਲਾ ਕੈਂਪ ਆ ਜਿਹੜਾ ਉਹ ਹੈ ਹੀ ਸਰਕਾਰ ਦਾ ਹੈ ਔਰ ਉਹਨਾਂ ਨਾਲ ਜੋ ਹੁੰਦਾ ਹੋ ਜਾਣ ਦਿਓ। ਆਪਣੇ ਬੰਦਿਆਂ ਨੂੰ ਰੋਕਿਆ ਗਿਆ, ਜਾਣ ਨਹੀਂ ਦਿੱਤਾ ਗਿਆ। ਹਾਲਾਂਕਿ ਨੌਜਵਾਨ ਬਾਗੀ ਹੋ ਕੇ ਇਸ ਮੋਰਚੇ ਦੀ ਹਮਾਇਤ 'ਤੇ ਗਿਆ। ਕਦੀ ਇਸ ਤਰ੍ਹਾਂ ਦੇ ਟੈਕਟਸ ਜਿਹੜੇ ਆ ਉਹ ਆਗੂਆਂ ਵੱਲੋਂ ਜਿਹੜੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਹੋਣੇ ਚਾਹੀਦੇ ਸੀ। ਇਹ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਮੋਰਚੇ ਦੇ ਅੰਦਰ ਨਿਰਾਸ਼ਾ ਪੈਦਾ ਕਰਨੀ, ਖਾਸ ਕਰਕੇ ਨੌਜਵਾਨਾਂ ਦੇ ਅੰਦਰ ਵੀ ਕੀ ਹੋ ਰਿਹਾ ਐਸਾ, ਵੀ ਸਮਝ ਨਹੀਂ ਸੀ ਆਉਂਦੀ ਵੀ ਲੀਡਰਸ਼ਿਪ ਤੋਂ ਜਿਸ ਤਰ੍ਹਾਂ ਦੀ ਅਗਵਾਈ ਉਹ ਚਾਹੁੰਦੇ ਸੀ ਉਹ ਨਹੀਂ ਸੀ ਕਰ ਰਹੇ। ਫਿਰ ਉਹ 14 ਫਰਵਰੀ ਨੂੰ ਮੈਂ ਆ ਗਿਆ। ਉਸ ਤੋਂ ਬਾਅਦ ਮੈਂ ਆਪਣੇ ਤੌਰ 'ਤੇ ਸਾਰੀ ਲੀਡਰਸ਼ਿਪ ਦੇ ਜਿਹੜੇ ਜਥੇਬੰਦੀ ਦੇ ਆਗੂ ਮੈਨੂੰ ਅਵੇਲੇਬਲ ਮਿਲੇ, ਉਹਨਾਂ ਨਾਲ ਗੱਲ ਕੀਤੀ, ਪੰਥਕ ਧਿਰਾਂ ਨਾਲ ਗੱਲ ਕੀਤੀ। ਉਹ ਸਾਰਿਆਂ ਨੂੰ ਤੁਸੀਂ ਜਾਣਦੇ ਹੋ ਵੀ ਜਿਹੜੀ ਉਹ 7 ਮਾਰਚ ਨੂੰ ਆਪਾਂ ਇੱਕ ਅਰਦਾਸ ਕਰਾਈ, ਉਹਦੇ 'ਚ ਵੀ ਇੱਕ ਕੋਸ਼ਿਸ਼ ਹੋਈ। ਉਸ ਤੋਂ ਬਾਅਦ 25 ਮਾਰਚ ਨੂੰ ਨੌਜਵਾਨਾਂ ਦਾ ਆਪਾਂ ਲੈ ਕੇ ਗਏ ਕਾਫਲਾ, ਉਹ ਵੀ ਇੱਕ ਕੋਸ਼ਿਸ਼ ਹੋਈ। ਉਸ ਤੋਂ ਬਾਅਦ ਨੌਜਵਾਨਾਂ ਦੀ ਇੱਕ ਕਮੇਟੀ ਬਣਾਈ ਗਈ ਵੀ ਜਿਹੜੀ ਕਮੇਟੀ ਜਿਹੜੀ ਉਹ ਜਥੇਬੰਦੀਆਂ ਨਾਲ ਆਗੂਆਂ ਨਾਲ ਗੱਲ ਕਰੇਗੀ। ਉਸ ਕਮੇਟੀ ਦੀ ਵੀ ਗੱਲ ਨਹੀਂ ਸੁਣੀ ਗਈ। ਜਿੱਦਣ ਅਸਲ ਝਗੜਾ ਹੋਇਆ, ਜਿਸ 'ਤੇ ਉਗਰਾਹਾਂ ਸਾਹਿਬ ਨੇ 40 ਮਿੰਟ ਐਡੀ ਵੱਡੀ ਸਟੇਟਮੈਂਟ ਦਿੱਤੀ ਔਰ ਇਸ ਤਰ੍ਹਾਂ ਫਤਵੇ ਜਾਰੀ ਕੀਤੇ, ਗੱਲ ਕੀ ਸੀ, ਮਾਮੂਲੀ ਸੀ ਵੀ ਨੌਜਵਾਨ ਇਹ ਜਾਣਨਾ ਚਾਹੁੰਦੇ ਸੀ ਵੀ ਜਿਹੜੀ 1 ਅਪ੍ਰੈਲ ਨੂੰ ਤੁਸੀਂ ਸੰਸਦ ਮਾਰਚ ਦੀ ਕਾਲ ਦਿੱਤੀ ਆ, ਉਹ 17 ਅਪ੍ਰੈਲ ਨੂੰ ਰੱਦ ਕਿਉਂ ਹੋ ਗਈ। ਅਤੇ ਕਿੱਡੀ ਕੁ ਵੱਡੀ ਗੱਲ ਸੀ, ਉਹਨਾਂ ਨੂੰ ਦੱਸ ਦਿੱਤਾ ਜਾਂਦਾ, ਕਾਰਨ ਦੱਸ ਦਿੰਦੇ, ਕਰੋਨਾ ਕਾਰਨ ਆ ਜਾਂ ਕੋਈ ਵੀ ਜਿਹੜਾ ਕਾਰਨ ਸੀ ਉਹਨਾਂ ਨੂੰ ਸਮਝਾ ਲਿਆ ਜਾਂਦਾ। ਔਰ ਜੇ ਉਹ ਕਹਿੰਦੇ ਸੀ ਵੀ ਸਾਨੂੰ ਕਮੇਟੀ ਦੇ ਅੰਦਰ ਸਾਡੇ 2 ਮੈਂਬਰ ਜੋ 2 ਬੰਦੇ ਜਾ ਕੇ ਬਹਿ ਕੇ ਗੱਲ ਸੁਣਨਾ ਚਾਹੁੰਦੇ ਤੇ ਕਰ ਲੈਣ ਦਿੱਤੀ ਜਾਂਦੀ। ਐਸਾ ਅੰਦਰ ਕਿਹੜੀ ਚੀਜ਼ ਗੁਪਤ ਹੈ ਜਿਹੜੀ ਇਹ ਬਾਹਰ ਦੱਸਣਾ ਨਹੀਂ ਚਾਹੁੰਦੇ।
ਸਭ ਤੋਂ ਵੱਡਾ ਸਵਾਲ ਤੇ ਹੈ ਵੀ ਜੇ 32 ਜਥੇਬੰਦੀਆਂ ਦੇ ਕੋਲ ਵੀ ਇੱਕ ਇੱਕ ਬੰਦੇ ਕੋਲੋਂ ਜੇ ਗੱਲ ਦੂਸਰੇ ਬੰਦੇ ਕੋਲ ਚਲੀ ਜਾਵੇ ਤੇ ਉਹ ਗੱਲ ਪਰਦੇ 'ਚ ਨਹੀਂ ਰਹਿ ਸਕਦੀ, ਇਹ ਤੈਅ ਹੈ। ਉਹ ਫਿਰ ਉਹਨੇ ਖਿੱਲਰ ਜਾਣਾ। ਤੇ ਜਿਹੜੀ 32 'ਚ ਤੁਹਾਡੇ 'ਚ ਜਿਹੜੀ ਗੱਲ ਹੈ ਉਹ ਗਾਂਹ ਖਿੱਲਰੇਗੀ ਨਹੀਂ, ਇਹ ਤੁਹਾਨੂੰ ਕਿਵੇਂ ਯਕੀਨ ਹੈ? ਉਹ ਵੀ ਤੁਹਾਡੀ ਅੰਦਰੋਂ ਬਾਹਰ ਨਿਕਲਦਿਆਂ ਹੀ ਗੱਲ ਸਾਰਿਆਂ ਕੋਲੇ ਚਲੀ ਜਾਂਦੀ ਸੀ। ਤੇ ਜੇ ਉਹ ਗੱਲ ਨੌਜਵਾਨ ਅੰਦਰ ਬਹਿ ਕੇ ਤੁਹਾਡੇ ਨਾਲ ਸੁਣ ਲੈਣ ਤੇ ਉੱਥੇ ਕਿਹੜੀ ਹਨੇਰੀ ਆ ਜਾਂਦੀ ਸੀ। ਮਤਲਬ ਇਸ ਤਰ੍ਹਾਂ ਨਾਲ ਜ਼ਲੀਲ ਕੀਤਾ ਗਿਆ, ਮਤਲਬ ਉਹਨਾਂ ਨੂੰ ਛੋਟੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਗੈਰ ਜ਼ਿੰਮੇਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਜਿਹੜੀ ਤਕਲੀਫ ਸੀ ਨਾ ਨੌਜਵਾਨਾਂ ਦੀ, ਉਹ ਉਹਨਾਂ ਨੂੰ ਮੋਰਚੇ ਨਾਲ ਵਾਪਸ ਨਹੀਂ ਸੀ ਜਾਣਦਾ। ਉਹ ਨਿਰਾਸ਼ ਹੋ ਕੇ ਮੁੜ ਆਏ। ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਉੱਥੇ ਰਹਿੰਦੇ ਹੋ ਮੋਰਚੇ 'ਚ, ਵੀ ਜਿਹੜੇ ਮੋਰਚੇ ਦੇ ਵਿੱਚ ਜਥੇਬੰਦੀਆਂ ਸੀਗੀਆਂ, ਜਿਹੜੀਆਂ ਪੰਥਕ ਜਥੇਬੰਦੀਆਂ ਸੀ, ਜਿਵੇਂ ਮਨਤੀਰ ਸਿੰਘ ਹੋਣੀਆਂ ਉਹ ਵੀ ਵਾਪਸ ਆ ਗਏ, ਜਿਵੇਂ ਰਮਨ ਹੋਣਾ ਦੀ ਜਥੇਬੰਦੀ ਸੀ ਉਹ ਵੀ ਵਾਪਸ ਆ ਗਏ, ਜਿਹੜੇ ਬਹੁਤ ਸਾਰੇ ਲੰਗਰ ਚੱਲਦੇ ਸੀ ਉਹ ਵੀ ਵਾਪਸ ਆ ਗਏ, ਜਿਹੜੀਆਂ ਬਾਹਰੋਂ ਫੰਡਸ ਆ ਰਹੇ ਸੀ ਉਹਨਾਂ ਦੇ ਫੰਡ 'ਤੇ ਜਿਹੜੀਆਂ ਚੱਲ ਰਹੀਆਂ ਸੀ ਸੇਵਾਵਾਂ ਹੌਲੀ ਹੌਲੀ ਉਹ ਵੀ ਸਮੇਟੀਆਂ ਜਾਣ ਲੱਗੀਆਂ। ਔਰ ਅੱਜ ਹਾਲਾਤ ਇੱਥੋਂ ਤੱਕ ਆ ਗਏ ਵੀ ਜਿਹੜੇ ਜਥੇਬੰਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ 50 ਲੱਖ ਕਰੋੜ ਤੱਕ ਦੀ ਵੀ ਜਿਨ੍ਹਾਂ ਨੂੰ ਮਦਦ ਉੱਥੇ ਸਟੇਜ 'ਤੇ ਮਿਲ ਜਾਂਦੀ ਸੀ, ਉਹ ਹੁਣ ਸਟੇਜਾਂ 'ਤੇ ਖੜ੍ਹ ਕੇ ਪੈਸੇ ਮੰਗਦੇ ਆ। ਔਰ ਕੱਲ੍ਹ ਮੈਂ ਇੱਕ ਟੋਲ ਨਾਕੇ ਤੋਂ ਦੀ ਲੰਘਿਆ, ਮੈਨੂੰ ਵਿਖਾਇਆ ਇੱਕ ਮੇਰੇ ਨਾਲ ਦੇ ਸਿੰਘ ਨੇ ਵੀ ਟੋਲ ਨਾਕੇ 'ਤੇ ਬੰਦਾ ਇੱਕ ਗਲ 'ਚ ਪਰਨਾ ਪਾ ਕੇ ਖੜ੍ਹਾ ਹੈ, ਹੱਥ ਜੋੜ ਕੇ ਲੰਘਦਿਆਂ ਨੂੰ ਇਹ ਅਪੀਲ ਕਰਨ ਵਾਸਤੇ ਵੀ ਕੋਈ ਇੱਥੇ ਮਦਦ ਕਰਕੇ ਜਾਓ। ਅੱਜ ਹਾਲਾਤ ਇੱਥੋਂ ਤੱਕ ਆ ਗਏ ਅਤੇ ਉਹਦੇ ਲਈ ਕੌਣ ਜ਼ਿੰਮੇਵਾਰ? ਵੀ ਹੁਣ ਜਿੰਨਾ ਚਿਰ ਲੋਕਾਂ ਦੀ ਭਾਵਨਾਤਮਕ ਤੌਰ 'ਤੇ ਉਸ ਮੋਰਚੇ ਨਾਲ ਜੁੜਨਗੇ ਨਹੀਂ ਅਤੇ ਉਹਦੇ 'ਤੇ ਖਰਚ ਕਿਵੇਂ ਕਰਨਗੇ? ਅਤੇ ਜੇ ਉਹਦੇ 'ਤੇ ਖਰਚ ਨਹੀਂ ਹੋਏਗਾ ਤਾਂ ਮੋਰਚਾ ਚੱਲੇਗਾ ਕਿਵੇਂ? ਅਤੇ ਜੇ ਅੱਜ ਇਹ ਸਾਰੇ ਹਾਲਾਤ ਪੈਦਾ ਹੋਏ ਤਾਂ ਇਹਨਾਂ 'ਚੋਂ ਨਿਕਲਿਆ ਕਿਵੇਂ ਜਾਵੇ? ਹੁਣ ਸਵਾਲ ਹੈ ਸੀ ਇਹਨਾਂ 'ਚੋਂ ਨਿਕਲਿਆ ਕਿਵੇਂ ਜਾਵੇ? ਇਹਨਾਂ 'ਚੋਂ ਨਿਕਲਣ ਲਈ ਇਹੀ ਇੱਕ ਮੈਨੂੰ ਤਰੀਕਾ ਲੱਗਾ ਵੀ ਇਸ ਮੋਰਚੇ ਦੇ ਵਾਰਸ ਬਣਾਇਆ ਜਾਵੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਲਾਵਾਰਸ ਹੋ ਕੇ ਵਾਪਸ ਆ ਗਏ। ਇਹਨਾਂ ਨੂੰ ਐਂ ਲੱਗੇ ਕਿ ਅਸੀਂ ਆਪ ਖੁਦ ਮੋਰਚੇ ਦੀ ਇੱਕ ਧਿਰ ਹਾਂ, ਹਾਲਾਂਕਿ ਉਹ ਸਪੋਰਟਿੰਗ ਧਿਰ ਹੈ, ਬਾਪੂਆਂ ਦੇ ਪਿੱਛੇ ਲੱਗ ਕੇ ਚੱਲਣਾ, ਉਹ ਕਮਿਟਮੈਂਟ ਆ ਉਹਨਾਂ ਦੀ। ਪਰ ਜੇ ਬਾਪੂ ਲਗਾਤਾਰ ਹੀ ਉਹਨਾਂ ਨੂੰ ਧੱਕੇ ਦੇ ਕੇ ਪਿੱਛੇ ਬਿਠਾ ਕੇ ਸੁੱਟ ਦੇਣਗੇ ਤੇ ਇਹ ਤਾਂ ਹੋ ਨਹੀਂ ਸਕਦਾ ਵੀ ਇੱਕ ਤਮਾਸ਼ਬੀਨ ਬਣ ਕੇ ਉੱਥੇ ਉਜੜਦਾ ਸਾਰਾ ਉਜਾੜਦਾ ਵੇਖਦੇ ਰਹਿਣ ਤੇ ਜਦੋਂ ਉਹ ਉਜਾੜਾ ਹੋ ਕੇ ਆਵੇ ਪੰਜਾਬ ਦੇ ਵਿੱਚ ਸਿਰ 'ਤੇ ਬਾਹਾਂ ਰੱਖ ਕੇ ਲੋਕ ਆਉਣ ਰੋਂਦੇ ਹੋਏ ਤੇ ਫਿਰ ਉਹਨਾਂ ਨੂੰ ਇਹ ਕੀ ਕਹਿਣਗੇ ਫਿਰ? ਇਸ ਲਈ ਮੈਨੂੰ ਇੰਝ ਲੱਗਿਆ ਕਿ ਇਹਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਲਈ, ਇਹਨਾਂ ਦੇ ਆਪਣੇ ਅੰਦਰ ਇੱਕ ਸਵਾਭੀਮਾਨ ਪੈਦਾ ਕਰਨ ਵਾਸਤੇ, ਇੱਕ ਜਜ਼ਬਾ ਪੈਦਾ ਕਰਨ ਵਾਸਤੇ ਵੀ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਕਰ ਸਕਦੇ ਹੋ, ਤੁਸੀਂ ਅੰਦੋਲਨ ਖੁਦ ਕਰ ਸਕਦੇ ਹੋ, ਤੁਸੀਂ ਅੰਦੋਲਨ ਦੀ ਅਗਵਾਈ ਕਰ ਸਕਦੇ ਹੋ, ਤੁਸੀਂ ਕਰਨ ਦੇ ਕਾਬਲ ਹੋ, ਤੁਹਾਡੇ ਅੰਦਰ ਇੱਕ ਜਜ਼ਬਾ ਪੈਦਾ ਹੋਵੇ। ਇਹ ਸਾਡੀ ਪਹਿਲੀ ਕੋਸ਼ਿਸ਼ ਹੈ, ਇਮਾਨਦਾਰੀ ਨਾਲ ਜਿਹੜੀਆਂ ਪਹਿਲੀਆਂ ਵੀ ਹੋਈਆਂ, ਅੱਜ ਵੀ ਇਹ ਕੋਸ਼ਿਸ਼ ਹੈ ਕਿ ਸਾਰੀ ਜਿਹੜੀ ਲਾਮਬੰਦੀ ਹੈ ਉਸ ਮੋਰਚੇ ਦੀ ਸਪੋਰਟ ਕਰੇ, ਆਗੂਆਂ ਨੂੰ ਸਮਰਥਨ ਦੇਵੇ, ਉਹਨਾਂ ਦੀ ਬੈਕ 'ਤੇ ਖੜੀ ਹੋਵੇ। ਪਰ ਜੇ ਆਗੂਆਂ ਨੇ ਇਸ ਸਮਰਥਨ ਨੂੰ ਸਵੀਕਾਰ ਨਾ ਕੀਤਾ ਅਤੇ ਉਸ ਤੋਂ ਬਾਅਦ ਜਿਹੋ ਜਿਹੇ ਵੀ ਹਾਲਾਤ ਪੈਦਾ ਹੋਣਗੇ ਉਸ ਲਈ ਉਹ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਹੀ ਜ਼ਿੰਮੇਵਾਰੀਆਂ ਹੋਣਗੀਆਂ, ਹੋਰ ਇਹਦੇ ਲਈ ਕੋਈ ਜ਼ਿੰਮੇਵਾਰ ਨਹੀਂ ਹੋਣਗਾ। ਪਰ ਮੋਰਚੇ ਨੂੰ ਅਸੀਂ ਕਿਸੇ ਕੀਮਤ 'ਤੇ ਨਾ ਤਾਂ ਫੇਲ ਹੋਣ ਦੇਵਾਂਗੇ, ਨਾ ਬਿਨਾਂ ਪ੍ਰਾਪਤੀਆਂ ਤੋਂ ਵਾਪਸ ਹੋਣ ਦੇਵਾਂਗੇ। ਤਾਂ ਵਿਸਥਾਰ ਦੇ ਵਿੱਚ ਸਾਨੂੰ ਬਾਬਾ ਜੀ ਨੇ ਦੱਸਿਆ, ਤਾਂ ਮੈਂ ਨਹੀਂ ਚਾਹੁੰਦਾ ਵਿੱਚ ਇਹਨਾਂ ਦੀ ਗੱਲ ਰੋਕਾਂ। ਕਾਫੀ ਕੁਝ ਸ਼ੁਰੂ ਤੋਂ ਲੈ ਕੇ ਸਾਨੂੰ ਵੀ ਉਹ ਦਿਨ ਯਾਦ ਆ ਜਦੋਂ 26 ਜਨਵਰੀ ਤੋਂ ਪਹਿਲਾਂ ਜਦੋਂ ਦੇਸ਼ ਪੰਜਾਬ ਦੇ ਨੌਜਵਾਨਾਂ ਨੇ, ਹਰਿਆਣੇ ਦੇ ਨੌਜਵਾਨਾਂ ਨੇ ਲਾਲ ਕਿਲ੍ਹੇ 'ਤੇ ਉਹਨਾਂ ਕਿਸਾਨਾਂ ਦੇ ਉਸ ਸੁਨੇਹੇ ਨੂੰ ਫੋਲੋ ਕਰਦਿਆਂ ਹੋਇਆ ਜਦੋਂ ਕਹਿੰਦੇ ਸੀ ਵੀ ਟਰੈਕਟਰ ਜਿਹੜੇ ਆ ਮੋਦੀ ਦੀ ਹਿੱਕ 'ਤੇ ਚੱਲਣ ਵਾਲੇ ਉਹਨਾਂ ਦੀਆਂ ਡਾਟਾਂ ਪੈਣਗੀਆਂ, ਤਾਂ ਨੌਜਵਾਨ ਜਿਹੜੇ ਫਿਰ ਭਾਵਕ ਹੋ ਕੇ ਚੜ੍ਹ ਗਏ ਲਾਲ ਕਿਲ੍ਹੇ 'ਤੇ। ਉਸ ਤੋਂ ਬਾਅਦ ਉਹਨਾਂ ਨੂੰ ਗਦਾਰ ਤੱਕ ਕਿਹਾ ਗਿਆ। ਇੱਕ ਉਹ ਸਮਾਂ ਸੀ, ਇੱਕ ਅੱਜ ਸਮਾਂ। ਅੱਜ ਜਿਹੜੀ ਇਹ ਜੁਲਾਈ ਚੜ੍ਹਨ ਵਾਲੀ ਹੋ ਗਈ ਆ। ਪਿਛਲੇ ਨਵੰਬਰ ਤੋਂ ਲੈ ਕੇ ਜੁਲਾਈ ਤੱਕ ਮੋਰਚੇ ਦੇ ਕਈ ਰੰਗ ਸੀਗੇ। ਸੱਚਮੁੱਚ ਉਹ ਰੰਗ ਸੀ ਜਦੋਂ ਕਰੋੜ ਤੱਕ ਵੀ, ਕਿਉਂਕਿ ਸੰਗਤ ਆ, ਜਦੋਂ ਲੋਕ ਭਾਵਨਿਕ ਤੌਰ ਦੇ ਉੱਤੇ, ਇਮੋਸ਼ਨਲੀ ਤੌਰ ਦੇ ਉੱਤੇ ਲੋਕ ਕਿਸੇ ਚੀਜ਼ ਨਾਲ ਜੁੜ ਜਾਂਦੇ ਆ ਤਾਂ ਸਿਰ ਵੀ ਦੇ ਦਿੰਦੇ ਆ। ਪੈਸੇ ਕਿਹੜੇ ਬਾਗ ਦੀ ਬੋਲੀ ਆ, ਪੈਸਾ ਲੋਕਾਂ ਨੇ ਬਹੁਤ ਦਿੱਤਾ। ਬੱਚੀਆਂ, ਜਵਾਨ, ਬਜ਼ੁਰਗ, ਜਿਹੜੇ ਨਿੱਕੇ ਨਿੱਕੇ ਧੀਆਂ ਪੁੱਤ ਉੱਥੇ ਮੋਰਚੇ ਜਾਂਦੇ ਰਹੇ ਆ। ਉਹ ਉਦੋਂ ਤੱਕ ਜਾਣਗੇ ਜਦੋਂ ਤੱਕ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਜੇ ਤੁਸੀਂ ਉਹਨਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋ, ਚਾਹੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਜਿਹੜਾ ਹੈਗਾ, ਤੁਸੀਂ ਨਿਸ਼ਾਨ ਸਾਹਿਬ ਦੇ ਅਗੇਂਸਟ ਕਿਸੇ ਕਿਸਾਨ ਲੀਡਰ ਦਾ ਜਿਹੜਾ ਕਿ ਸਟੇਟਮੈਂਟ ਹੈਗਾ ਉਹ ਲੈ ਲਓ, ਜਾਂ ਨਿਹੰਗ ਸਿੰਘਾਂ ਦੇ ਖਿਲਾਫ ਸਟੇਟਮੈਂਟ ਹੈਗਾ ਉਹ ਲੈ ਲਓ, ਜਾਂ 26 ਜਨਵਰੀ ਦੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੂੰ ਗਦਾਰ ਕਹਿਣ ਦਾ ਸਟੇਟਮੈਂਟ ਆ ਉਹ ਲੈ ਲਓ। ਬਹੁਤ ਸਾਰੇ ਸਟੇਟਮੈਂਟ ਇਸ ਤਰ੍ਹਾਂ ਦੇ ਦਿੱਤੇ ਗਏ ਆ ਜਿਨ੍ਹਾਂ ਨੇ ਲੋਕਾਂ ਨੂੰ ਭਾਵਨਿਕ ਤੌਰ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ, ਤਾਂ ਉੱਥੇ ਜਿਹੜਾ ਪਾੜ ਪਿਆ। ਤਾਂ ਬਾਬਾ ਜੀ, ਜਿੱਦਾਂ ਤੁਸੀਂ ਕਿਹਾ ਵੀ ਨਾ ਤੇ ਅਸੀਂ ਇਹ ਮੋਰਚੇ ਨੂੰ ਫੇਲ ਹੋਣ ਦੇਵਾਂਗੇ, ਨਾ ਹੀ ਬਿਨਾਂ ਮੰਗ ਮੰਨੇ ਤੋਂ ਜਿਹੜਾ ਸਾਡਾ ਨਿਸ਼ਾਨਾ ਸੀਗਾ ਉਹ ਅਧੂਰੀਆਂ ਲੈ ਕੇ ਵਾਪਸ ਆਉਣ ਦਿਆਂਗੇ। ਤਾਂ ਜਿਹੜੀ ਨੌਜਵਾਨ ਸ਼ਹੀਦਾਂ, ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ, ਬਹੁਤ ਸਾਰੀਆਂ ਜਥੇਬੰਦੀਆਂ ਨੇ, ਕੋਈ ਜਥੇਬੰਦੀ ਰਾਜੇਵਾਲ ਹੈ, ਕੋਈ ਰੁਲਦੂ ਹੈ, ਕੋਈ ਡੱਲੇਵਾਲ ਹੈ, ਕੋਈ ਆਪਣਾ ਉਗਰਾਹ ਹੈ, ਕੋਈ ਹੋਰ ਹੈ, ਫਲਾਣਾ ਧਮਕਾ, ਉਹਨਾਂ ਦੇ ਨਾਵਾਂ ਨਾਲ ਆ। ਪਰ ਤੁਸੀਂ ਜਿਹੜੀ ਜਥੇਬੰਦੀ ਅੱਜ ਬਣਾ ਕੇ ਚੱਲੇ ਹੋ, ਇਹ ਕਿਸੇ ਦੇ ਨਾਮ ਨਾਲ ਨਹੀਂ, ਕਿ ਇਹ ਸ਼ਹੀਦਾਂ ਦੀ ਜਥੇਬੰਦੀ ਹੈ। ਤਾਂ ਇਹ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ ਵੀ ਜਿਨ੍ਹਾਂ ਨੇ ਕਿਸਾਨੀ ਸੰਘਰਸ਼ 'ਚ ਸ਼ਹੀਦੀਆਂ ਦਿੱਤੀਆਂ ਉਹਨਾਂ ਦੀ ਜਥੇਬੰਦੀ ਹੋਣੀ ਚਾਹੀਦੀ ਹੈ, ਜਿਹਨੂੰ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਇਹ ਹੱਸ ਕੇ ਪ੍ਰਵਾਨ ਕਰ ਲੈਣਗੇ? ਕਿਉਂਕਿ ਇਹ ਵਨ ਮੈਨ ਸ਼ੋਅ ਆ ਉਹਨਾਂ ਦਾ, ਸਾਰੀਆਂ ਜਥੇਬੰਦੀਆਂ ਦਾ।
ਵੀ ਉਹ ਆਗੂ ਜਿੱਦਣ ਉਹ ਆਪਣੀ ਜਥੇਬੰਦੀ ਦਾ ਪ੍ਰਧਾਨ ਬਣ ਜਾਂਦਾ ਨਾ, ਉਹਦੀ ਮੌਤ ਤੋਂ ਬਾਅਦ ਹੀ ਫਿਰ ਉਹ ਜਗ੍ਹਾ ਖਾਲੀ ਹੁੰਦੀ। ਔਰ ਉਹ ਇੱਕ ਤਰ੍ਹਾਂ ਨਾਲ ਆਪੇ ਜਿਹੜਾ ਉਹਨਾਂ ਦਾ ਕਾਡਰ ਹੈ ਜਿਹੜਾ ਨਾ ਉਹਨਾਂ ਦਾ ਬ੍ਰੇਨ ਵਾਸ਼ ਕਰਦੇ ਨੇ। ਔਰ ਇੱਕ ਤਰ੍ਹਾਂ ਦਾ ਮੈਂ ਵੇਖਿਆ ਜੀ ਉਹ ਬੰਧੂਆ ਮਜ਼ਦੂਰ ਦੀ ਤਰ੍ਹਾਂ ਉਹਨਾਂ ਨੂੰ ਟਰੀਟ ਕਰਦੇ ਨੇ, ਵੀ ਜਿਵੇਂ ਉਹਨਾਂ ਨੂੰ ਅੱਗੇ ਬਿਠਾ ਰੱਖਿਆ ਗੁਲਾਮਾਂ ਦੀ ਤਰ੍ਹਾਂ, ਨਾ ਉਹ ਕੋਈ ਸਵਾਲ ਕਰ ਸਕਦੇ ਆ ਨਾ ਪੁੱਛ ਸਕਦੇ ਨੇ। ਔਰ ਉਹਨਾਂ ਦੇ ਵਿੱਚ ਮੈਂ ਬਹੁਤ ਗਿਣਤੀ ਇਹੋ ਜਿਹੀ ਵੀ ਵੇਖੀ ਆ ਜਿਨ੍ਹਾਂ ਬਾਰੇ ਮੈਨੂੰ ਸਮਝ ਆਇਆ ਵੀ ਐਸਾ ਕਿਉਂ ਹੋ ਰਿਹਾ। ਉਹਨਾਂ ਨੂੰ ਉਹਨਾਂ ਦੇ ਸਾਹਮਣੇ ਜਿਹੜੇ ਹਾਲਾਤ ਪੰਜਾਬ ਵਿੱਚ ਪੈਦਾ ਹੋਏ ਜਿਨ੍ਹਾਂ ਨਾਲ ਖੁਦਕੁਸ਼ੀਆਂ ਹੋਈਆਂ, ਬਹੁਤ ਸਾਰਿਆਂ ਦੀਆਂ ਸਮੱਸਿਆਵਾਂ ਆੜ੍ਹਤੀਆਂ ਨਾਲ ਸੀ, ਬਹੁਤ ਸਾਰਿਆਂ ਦੀਆਂ ਸਮੱਸਿਆਵਾਂ ਕੋਈ ਮਤਲਬ ਦਵਾਈਆਂ ਕੀਟਨਾਸ਼ਕ ਵਾਲਿਆਂ ਨਾਲ ਸੀਗੀ। ਔਰ ਉਹਨਾਂ ਦੇ ਜਿਹੜੇ ਕਰਜ਼ੇ ਚੜ੍ਹੇ ਹੋਏ ਸੀਗੇ ਉਹਨਾਂ ਨੂੰ ਇਹਨਾਂ ਨੇ ਆੜ੍ਹਤੀਆਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਕਰਜ਼ੇ ਮਾਫ ਕਰਵਾਤੇ। ਜਿਹੜੇ ਦਵਾਈਆਂ ਦੇ ਸਪਰੇਆਂ ਦੇ ਪੈਸੇ ਦੇਣ ਵਾਲੇ ਸੀ ਉਹ ਉਹਨਾਂ ਤੋਂ ਨਹੀਂ, ਜਾਂ ਬਿਜਲੀ ਦੇ ਬਿੱਲ ਨਹੀਂ ਇਹਨਾਂ ਨੂੰ ਦੇਣ ਦਿੱਤੇ, ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹਨਾਂ ਨੂੰ ਜਿਹੜੀ ਰਾਹਤ ਦਿੱਤੀ। ਔਰ ਉਹਦੇ ਬਦਲੇ 'ਚ ਇਹਨਾਂ ਨੂੰ ਉਹਨਾਂ ਨੇ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ। ਔਰ ਆਪ ਸਾਰਾ ਕੁਝ ਉਹ ਕਰਦੇ ਨੇ ਵੀ ਜੇ ਹੁਣ ਆੜ੍ਹਤੀਆਂ ਨੂੰ, ਜੇ ਆੜ੍ਹਤੀਏ ਗਲਤ ਹੈ ਜਾਂ ਆੜ੍ਹਤੀਏ ਕਿਸਾਨਾਂ ਨਾਲ ਗਲਤ ਵਿਹਾਰ ਕਰਦੇ ਨੇ, ਉਹਨਾਂ ਨੂੰ ਤਾਂ ਸਾਰਾ ਕੁਝ ਉਜਾੜ ਦਿੱਤੇ ਗਏ। ਆਪ ਆੜ੍ਹਤੀਏ ਬਣ ਬੈਠੇ। ਹੁਣ ਪੱਠਾ ਮਜ਼ਦੂਰ ਆ, ਤੁਸੀਂ ਜੇ ਵੇਖ ਲਓ ਵੀ ਪੱਠਿਆਂ ਦੇ ਉੱਤੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਇਹਨਾਂ ਲੋਕਾਂ ਨੇ। ਔਰ ਉਹਨਾਂ ਦੀਆਂ ਯੂਨੀਅਨਾਂ ਬਣਾਈਆਂ ਪੱਠਿਆਂ, ਉਹਨਾਂ ਯੂਨੀਅਨਾਂ ਦੇ ਥਰੂ ਉਹ ਪੱਠੇ ਬੰਦ ਕਰਵਾ ਦਿੱਤੇ ਗਏ ਅਤੇ ਆਪ ਉਹ ਪੱਠੇ ਖਰੀਦ ਕੇ ਉਹਨਾਂ ਦੇ ਮਾਲਕ ਬਣ ਬੈਠੇ। ਮਤਲਬ ਇਹ ਇਸ ਤਰ੍ਹਾਂ ਦਾ ਟਰੈਂਡ ਜਿਹੜਾ ਮੈਂ ਸਾਰਾ ਕੁਝ ਵੇਖਿਆ ਨਾ, ਮੈਨੂੰ ਐਂ ਲੱਗਾ ਵੀ ਇਹ ਵੀ ਇੱਕ ਤਰ੍ਹਾਂ ਦਾ ਨਾ ਜਿਵੇਂ ਜਿਹੜਾ ਇਹਨਾਂ ਦਾ ਵੀ ਸਿਸਟਮ ਹੈ ਇੱਕ ਤਰ੍ਹਾਂ ਦਾ ਮਾਫੀਆ ਵਰਗਾ ਹੀ ਹੋਇਆ ਖੜਾ, ਕੋਈ ਬਹੁਤਾ ਫਰਕ ਨਹੀਂ ਹੈਗਾ। ਪਰ ਅੱਜ ਜਿਹੜੀ ਸਟੇਜ 'ਤੇ ਅਸੀਂ ਖੜ੍ਹੇ ਹਾਂ, ਜਿਹੜਾ ਸੰਘਰਸ਼ ਅਸੀਂ ਲੜ ਰਹੇ ਹਾਂ, ਉਹ ਸੰਘਰਸ਼ ਬਹੁਤ ਵੱਡਾ ਹੋ ਗਿਆ, ਜਿਹੜਾ ਨਾ ਸਾਡੇ ਕਿਆਫਿਆਂ ਵਿੱਚ ਸੀ ਨਾ ਇਹਨਾਂ ਦੇ ਕਿਆਫਿਆਂ ਵਿੱਚ ਸੀਗਾ। ਪਰ ਜੇ ਹੁਣ ਅਸੀਂ ਇਸੇ ਗੱਲ ਨੂੰ ਵੇਖਦੇ ਰਹੀਏ ਵੀ ਇਹ ਲੀਡਰਸ਼ਿਪ ਜਿਹੜੀ ਸੰਘਰਸ਼ ਦੀ ਅਗਵਾਈ ਕਰ ਰਹੀ ਹੈ, ਜਿਵੇਂ ਦੀ ਕਰੀ ਜਾਂਦੇ ਉਵੇਂ ਦੀ ਕਰੀ ਜਾਣ, ਅਤੇ ਅਸੀਂ ਸਿਰਫ ਤਮਾਸ਼ਬੀਨ ਬਣ ਕੇ ਵੇਖਦੇ ਰਹੀਏ, ਅਤੇ ਜੇ ਕੱਲ੍ਹ ਨੂੰ ਮੰਨ ਲਓ ਸੰਘਰਸ਼ ਦਾ ਕੋਈ ਨੁਕਸਾਨ ਹੋ ਜਾਏ ਔਰ ਸਰਕਾਰ ਇਹਨਾਂ ਨੂੰ ਜ਼ਬਰਦਸਤੀ ਉਠਾ ਦੇਵੇ, ਜਿਵੇਂ ਉੱਥੋਂ ਗਿਣਤੀ ਘਟ ਗਈ ਆ, ਜਿਵੇਂ ਲੋਕਾਂ ਦੀ ਨਿਰਾਸ਼ਤਾ ਵੱਧ ਗਈ, ਤਾਂ ਸਰਕਾਰ ਇਸ ਮੌਕੇ ਦਾ ਫਾਇਦਾ ਉਠਾ ਕੇ ਉਸ ਸੰਘਰਸ਼ ਨੂੰ ਜ਼ਬਰਦਸਤੀ ਉਜਾੜ ਦੇਵੇ, ਖੜ ਦੇਵੇ। ਜਿਸ ਤਰ੍ਹਾਂ ਦੇ ਬਿਆਨ ਵੀ ਆਏ ਨੇ, ਕੱਲ੍ਹ ਗਾਜੀਪੁਰ ਬਾਰਡਰ 'ਤੇ ਹਮਲਾ ਵੀ ਹੋਇਆ, ਸਿੱਧਾ ਟੱਕਰ ਵੀ ਹੋਈ ਆ, ਅਤੇ ਕੀ ਫਿਰ ਅਸੀਂ ਇੱਥੇ ਤਮਾਸ਼ਬੀਨ ਬਣ ਕੇ ਬੈਠੇ ਰਹਾਂਗੇ? ਜੇ ਉੱਥੇ ਕੋਈ ਨੁਕਸਾਨ ਹੋ ਜਾਊਗਾ, ਜੇ ਸਾਡੀ ਵਜ੍ਹਾ ਕਰਕੇ ਹੋ ਜਾਏ ਕਿ ਅਸੀਂ ਉੱਥੇ ਜਾਈਏ ਨਾ, ਵੀ ਅਸੀਂ ਜਾਣਾ ਨਹੀਂ ਯਾਰ, ਜਿਵੇਂ ਕਰੀ ਜਾਂਦੇ ਕਰੀ ਜਾਓ, ਅਤੇ ਫਿਰ ਕਿਤੇ ਨਾ ਕਿਤੇ ਫਿਰ ਅਸੀਂ ਵੀ ਤਾਂ ਜ਼ਿੰਮੇਵਾਰ ਹੋਵਾਂਗੇ ਉਸ ਲਈ। ਉਸ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਵਾਸਤੇ ਮੈਂ ਇਹਨਾਂ ਨੂੰ ਜਥੇਬੰਦ ਕੀਤਾ ਵੀ ਜੇ ਉੱਥੇ ਕੋਈ ਤੁਹਾਨੂੰ ਲੱਗਦਾ ਨਾ ਗਲਤ ਹੋ ਰਿਹਾ, ਤਾਂ ਤੁਸੀਂ ਆਪ ਖੜ੍ਹੇ ਹੋ ਉੱਥੇ ਜਾ ਕੇ, ਉਹਨਾਂ ਦੇ ਨਾਲ ਖੜ੍ਹੇ ਹੋ, ਉਹਨਾਂ ਦੀ ਪਿੱਠ ਪਿੱਛੇ ਖੜ੍ਹੇ ਹੋ, ਅਤੇ ਜੇ ਉਹ ਤੁਹਾਨੂੰ ਨਾਲ ਵੀ ਨਹੀਂ ਖੜਾਉਂਦੇ, ਪਿੱਠ ਪਿੱਛੇ ਵੀ ਨਹੀਂ ਖੜਾਉਂਦੇ, ਅਤੇ ਫਿਰ ਸਾਹਮਣੇ ਵੀ ਖੜ੍ਹੇ ਹੋ। ਤਾਂ ਇਹ ਗੱਲਾਂ ਜਿਹੜੀਆਂ ਨੇ ਬਹੁਤ ਅਹਿਮ ਹੈ, ਇਹਨਾਂ ਤੇ ਵਿਚਾਰ ਕਰਨ ਦੀ ਬਣਦੀ ਵੀ ਬਹੁਤ ਸਾਰੇ ਉਹ ਨੌਜਵਾਨ ਜਿਹੜੇ ਬਿਲਕੁਲ ਸੀਤ ਠੰਡ ਸੀ ਜਿਹੜੀ ਉਦੋਂ ਵੀ ਡਟੇ ਰਹੇ। ਆਖਿਰ ਕੀ ਕਾਰਨ ਹੋਇਆ ਹੋਊਗਾ ਕਿ ਜਦੋਂ ਚੰਗਾ ਜਿਹਾ ਮੌਸਮ ਆ ਗਿਆ, ਸੁਖਾਲਾ ਮੌਸਮ ਆ ਗਿਆ, ਉਦੋਂ ਘਰਾਂ ਨੂੰ ਵਾਪਸ ਆ ਗਏ? ਇਹ ਨਹੀਂ ਕਿ ਉਹਨਾਂ ਨੂੰ ਘਰ ਖਿੱਚਣ ਲੱਗ ਪਿਆ ਜਾਂ ਘਰ ਦਾ ਮੋਹ ਖਿੱਚਣ ਲੱਗ ਪਿਆ ਜਾਂ ਕੰਮ ਕਰ ਕੋਈ ਵੱਡੇ ਖਿੱਚਣ ਲੱਗ ਪਏ। ਕਾਰਨ ਇਹ ਹੋਇਆ ਵੀ ਉੱਥੋਂ ਉਹਨਾਂ ਨੂੰ ਦਰਕਾਰਿਆ ਗਿਆ, ਉਹਨਾਂ ਨੂੰ ਫਿਟਕਾਰਿਆ ਗਿਆ, ਤਾਂ ਉਹ ਵਾਪਸ ਆ ਗਏ। ਪਰ ਉੱਥੇ ਜਾਣਾ ਬਹੁਤ ਲਾਜ਼ਮੀ ਹੈ, ਕਿਉਂਕਿ ਉਹ ਸੰਘਰਸ਼ ਜਿਹੜਾ ਕਿਸੇ ਜਥੇਬੰਦੀ ਦਾ ਨਹੀਂ ਗਾ, ਨਾ ਬੱਤੀਆਂ ਦਾ, ਨਾ 34 ਦਾ। ਉਹ ਸੰਘਰਸ਼ ਹੈ ਜਿਹੜਾ ਉਹ ਜ਼ਮੀਨਾਂ ਦੀ ਖਾਤਰ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਆ ਔਰ ਭਾਰਤੀ ਸਿਸਟਮ ਦੇ ਖਿਲਾਫ ਹੈ, ਜਿਹੜੀ ਇਹਨਾਂ ਮਜ਼ਦੂਰ ਤੇ ਮਿਹਨਤੀ ਜਿਹੜਾ ਕਿਸਾਨਾਂ ਦੀ ਜ਼ਮੀਨਾਂ ਨੂੰ ਹਥਿਆਉਣਾ ਚਾਹੁੰਦੀ ਹੈ। ਤਾਂ ਬਾਬਾ ਜੀ ਤੁਸੀਂ ਕਿਹਾ ਵੀ ਉਹ ਇਹਨਾਂ ਨੂੰ ਸ਼ਾਮਲ ਕਰਨ ਜਾਂ ਇਹਨਾਂ ਨੂੰ ਮੀਟਿੰਗਾਂ ਦੇ ਵਿੱਚ ਬਿਠਾਉਣ ਜਾਂ ਨਾ ਬਿਠਾਉਣ, ਤਾਂ ਕੀ ਉਮੀਦ ਕਰਦੇ ਹੋ? ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਕੀ ਕੁਝ ਵੱਖਰੇ ਸੁਝਾਅ ਲੈ ਕੇ ਜਾਓਗੇ ਉਹਨਾਂ ਕੋਲੇ, ਕੀ ਕੁਝ ਵੱਖਰੇ ਪ੍ਰੋਗਰਾਮ ਦਿੱਤੇ ਜਾਣ? ਕਿਉਂਕਿ ਬਹੁਤ ਸਾਰੇ ਇੱਥੇ ਚਿਹਰੇ ਮੈਂ ਉਹ ਵੇਖੇ ਆ ਜਿਹੜੇ ਉੱਥੇ ਕੁਝ ਵੱਖਰੇ ਪ੍ਰੋਗਰਾਮਾਂ ਦੀ ਮੰਗ ਕਰਦੇ ਰਹੇ, ਜਿਨ੍ਹਾਂ 'ਚ ਗੁਰਦੀਪ ਸਿੰਘ ਟਰੈਕਟਰ ਟਰਾਲੀ ਵਾਲਾ ਮੁੰਡਾ, ਕਬੱਡੀ ਵਾਲਾ ਜਲਾਲ ਆ, ਜਾਂ ਹੋਰ ਬਹੁਤ ਸਾਰੇ ਨੌਜਵਾਨ ਬਾਹਰ ਅਸੀਂ ਦੇਖਿਆ। ਇਹ ਸਾਰੇ ਕੁਝ ਵੱਖਰਾ ਪ੍ਰੋਗਰਾਮ ਦੇ ਸਕਦੇ ਆ, ਉਹਨਾਂ ਦਾ ਹਮਾਇਤੀ ਪ੍ਰੋਗਰਾਮ ਦੇਣ, ਜਾਂ ਕੁਝ ਵੱਖਰਾ ਵੀ ਦੇ ਸਕਦੇ ਆ? ਦੇਖੋ, ਜੇ ਤਾਂ ਜਿਵੇਂ ਨੌਜਵਾਨਾਂ ਦੇ ਵਿੱਚ ਜਜ਼ਬਾਤ ਆ, ਜਿਵੇਂ ਇਹ ਲੜਨਾ ਚਾਹੁੰਦੇ, ਅਤੇ ਜੇ ਲੋੜ ਪਵੇ ਵੱਖਰਾ ਪ੍ਰੋਗਰਾਮ ਦੇਣ ਦੀ, ਤਾਂ ਮੈਂ ਇਹਨਾਂ ਨੂੰ ਇਸ ਸਮਰੱਥਾ ਵਿੱਚ ਦੇਖਣਾ ਚਾਹੁੰਦਾ ਕਿ ਆਪਣੇ ਅੰਦਰ ਇਹੋ ਜਿਹੀ ਸਮਰੱਥਾ ਪੈਦਾ ਕਰਨ ਕਿ ਖੁਦ ਸੰਘਰਸ਼ ਲੜਨ। ਜਿਹੜੀ ਮੈਂ ਤੁਹਾਡੇ ਤੋਂ ਉਮੀਦ ਕਰਦਾ ਵੀ ਤੁਸੀਂ ਆਹ ਕਰੋ, ਜੇ ਤੁਸੀਂ ਨਹੀਂ ਕਰਦੇ ਤਾਂ ਮੈਨੂੰ ਫਿਰ ਆਪ ਕਰ ਲੈਣੀ ਚਾਹੀਦੀ ਹੈ। ਜੇ ਇਹਨਾਂ ਨੂੰ ਲੱਗਦਾ ਹੈ ਕਿ ਸੰਘਰਸ਼ ਨੂੰ ਜਿਹੜੀ ਖੜੋਤ ਤੋੜਨ ਵਾਸਤੇ ਕੋਈ ਪ੍ਰੋਗਰਾਮ ਦੇਣਾ ਬਣਦਾ ਹੈ, ਅਤੇ ਜਥੇਬੰਦੀਆਂ ਤੁਹਾਡੇ ਸਾਰੇ ਸਹਿਯੋਗ, ਸਾਰੇ ਸੁਝਾਵਾਂ ਤੋਂ ਬਾਅਦ ਨਹੀਂ ਦਿੰਦੀਆਂ, ਅਤੇ ਫਿਰ ਤੁਸੀਂ ਆਪ ਦੇ ਦਿਓ। ਜਿਹੜੇ ਉਹ ਕਹਿੰਦੇ ਨੇ ਇਹਨਾਂ ਨੂੰ ਗੱਲ ਵਾਰ-ਵਾਰ ਚੁਣੌਤੀਆਂ ਦਿੰਦੇ ਨੇ ਵੀ ਜਿਨ੍ਹਾਂ ਦਾ ਜ਼ਿਆਦਾ ਖੂਨ ਗਰਮ ਉਹ ਆਪ ਕਰ ਲੈਣ, ਹੈ ਨਾ। ਅਤੇ ਜੇ ਤੁਹਾਨੂੰ ਲੱਗਦਾ ਜੇ ਤੁਹਾਡੇ 'ਚ ਕੋਈ ਅਣਖ ਜਾਂ ਗੈਰਤ ਨਾਂ ਦੀ ਕੋਈ ਚੀਜ਼ ਹੈਗੀ ਆ, ਤਾਂ ਫਿਰ ਕਰਕੇ ਵਿਖਾਓ। ਇਹ ਥੋੜ੍ਹੀ ਹੈ ਵੀ ਤੁਸੀਂ ਉਹਨਾਂ ਨੂੰ ਬਲੇਮ ਕਰੀ ਜਾਓ, ਜੀ ਉਹ ਕੁਛ ਨਹੀਂ ਕਰਦੇ, ਜੀ ਉਹ ਸੰਘਰਸ਼ ਦਾ ਅੱਗਾ ਰੋਕ ਕੇ ਬੈਠੇ ਆ, ਅਤੇ ਤੁਸੀਂ ਕੁਛ ਵੀ ਨਾ ਕਰੋ। ਇਸ ਲਈ ਤੁਸੀਂ ਬਰੀ ਨਹੀਂ ਹੋ ਜਾਂਦੇ। ਤੁਸੀਂ ਪਹਿਲਾਂ ਉਹਨਾਂ ਦੀ ਤਾਕਤ ਬਣੋ, ਉਹਨਾਂ ਦੇ ਪਿੱਛੇ ਖੜ੍ਹੇ ਹੋਵੋ। ਜੇ ਉਹ ਤੁਹਾਡੀ ਤਾਕਤ ਨੂੰ ਸਵੀਕਾਰ ਕਰਦੇ, ਤੁਹਾਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹੋ ਤਾਂ ਠੀਕ ਹੈ। ਜੇ ਉਹ ਨਹੀਂ ਚਾਹੁੰਦੇ ਅਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਕੁਛ ਹੋਣਾ ਚਾਹੀਦਾ, ਅਤੇ ਫਿਰ ਉਹਦੇ ਲਈ ਆਪ ਤਿਆਰੀ ਕਰੋ। ਠੀਕ ਹੈ, ਹਾਂ।
ਤਾਂ ਪਿੱਛੇ ਜੇ ਜਦੋਂ ਨੌਜਵਾਨ ਦਿੱਲੀ ਮੋਰਚੇ ਦੇ ਵਿੱਚ ਸੀਗੇ, ਉੱਥੇ ਕੁਝ ਨੌਜਵਾਨਾਂ ਨੂੰ ਸਟੇਜ ਤੋਂ ਵੀ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਤੁਸੀਂ ਕਿਹੜੀ ਜਥੇਬੰਦੀ ਦੇ ਹੋ, ਤੁਹਾਨੂੰ ਸਟੇਜ ਤੇ ਤਾਂ ਬੋਲਣ ਦਿੱਤਾ ਜਾਊਗਾ ਜੇ ਤੁਸੀਂ ਕਿਸੇ ਜਥੇਬੰਦੀ ਦੇ ਲਿਆਓ ਲੈਟਰ ਪੈਡ, ਲਿਆਓ ਬਿੱਲੇ ਲੱਗੇ ਤੁਹਾਡੇ ਲੱਗੇ ਹੋਏ ਆ ਟੋਕਨ। ਤਾਂ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਸੀ। ਹਾਲਾਂਕਿ ਪਰ ਜਦੋਂ ਕੋਈ ਘਰ ਛੱਡ ਕੇ 500 700 1000 ਕਿਲੋਮੀਟਰ ਜਾ ਕੇ ਬੈਠਾ ਹੈ, ਘਰੇ ਕੋਈ ਬਜ਼ੁਰਗ ਬਾਪਿਆਂ ਦਾ ਧਿਆਨ ਨਹੀਂ ਰੱਖ ਰਿਹਾ, ਨਿੱਕੇ ਨਿਆਣਿਆਂ ਦਾ ਧਿਆਨ ਨਹੀਂ ਰੱਖ ਰਿਹਾ, ਉਹ ਕਹਿੰਦਾ ਮੈਂ ਤਾਂ ਭਾਈ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣੀ ਆ। ਤੇ ਜਿਹੜੇ ਕਿਸਾਨਾਂ ਦੇ ਲੀਡਰ ਆ ਉਹਨਾਂ ਨੂੰ ਕਹਿਣ ਵੀ ਲਿਆ ਕਿਹੜੀ ਜਥੇਬੰਦੀ ਦਾ, ਜਦੋਂ ਉੱਥੇ ਜਥੇਬੰਦੀਆਂ ਨੌਲੀਆਂ ਜਾਣ, ਜਦੋਂ ਤੋਂ ਉਹਨਾਂ ਨੂੰ ਪੁੱਛਿਆ ਜਾਵੇ ਵੀ ਕਿਹੜੇ ਜਥੇਬੰਦੀ ਦਾ ਤਾਂ ਤੈਨੂੰ ਸਟੇਜ ਤੇ ਬੋਲਣ ਦਿੱਤਾ ਜਾਊਗਾ, ਤਾਂ ਕੋਈ ਵੀ ਬੰਦਾ ਜਿਹੜਾ ਇੰਨਾ ਮੇਰੇ ਖਿਆਲ 'ਚ ਗਿਆ ਗੁਜ਼ਰਿਆ ਨਹੀਂ ਹੁੰਦਾ। ਤਾਂ ਨੌਜਵਾਨ ਵਾਪਸ ਆ ਗਏ। ਤਾਂ ਬਾਪੂ ਹਰਦੀਪ ਸਿੰਘ ਜਿਹੜੇ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਗੇ। ਔਰ ਵੱਡੀ ਗੱਲ ਕਿਸਾਨ ਸੰਘਰਸ਼ ਦੇ ਵਿੱਚ ਜਿਹੜਾ ਇਹਨਾਂ ਦਾ ਯੋਗਦਾਨ ਆ, ਉਹ ਕਿਸੇ ਵੀ ਹੋਰ ਆਗੂ ਦਾ ਯੋਗਦਾਨ ਜਿਹੜਾ ਅਸੀਂ ਉਂਗਲਾਂ ਤੇ ਗਿਣ ਨਹੀਂ ਸਕਦੇ। ਹੀਰਿਆਂ ਵਰਗਾ ਜਿਹੜਾ ਜਵਾਨ ਜਿਹੜਾ ਬੱਚਾ ਇਹਨਾਂ ਨੇ ਉਸ ਸੰਘਰਸ਼ ਦੇ ਵਿੱਚ ਗੋਲੀ ਦੀ ਭੇਟ, ਅਸਲ ਸਾਰੇ ਸਤਿਕਾਰਯੋਗ ਜਿੰਨੀਆਂ ਜਾਨਾਂ ਜਿੰਨੀਆਂ ਮੌਤਾਂ ਕਿਸਾਨ ਸੰਘਰਸ਼ 'ਚ, ਕੋਈ ਆਤਮ ਹੱਤਿਆ ਕਰ ਗਿਆ, ਕੋਈ ਗਰਮੀ ਦੇ ਨਾਲ ਬਿਮਾਰ ਹੋ ਕੇ ਮਰ ਗਿਆ, ਕੋਈ ਉੱਥੇ ਹੋਰ ਤਰੀਕੇ ਨਾਲ ਜਿੰਦੀ ਮੌਤ ਹੋ ਗਈ, ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਜਿਵੇਂ ਵੀ ਹੋ ਗਿਆ, ਉਹ ਸਾਰੇ ਕਿਸਾਨ ਸੰਘਰਸ਼ ਦੇ ਲੇਖੇ ਹੀ ਲੱਗੇ ਆ। ਪਰ ਜਿਹੜੀ ਸ਼ਹਾਦਤ ਨਵਰੀਤ ਸਿੰਘ ਨੂੰ ਮਿਲੀ ਆ, ਉਹ ਸ਼ਹਾਦਤ ਸ਼ਬਦ ਜਿਹੜਾ ਉਸੇ ਲਈ ਢੁਕਵਾਂ ਜਿਹੜਾ ਅਸੀਂ ਕਹਿ ਸਕਦੇ ਹਾਂ, ਸ਼ਹੀਦੀ ਜਿਹੜੀ ਆ ਉਹ ਵੀਰ ਨਵਰੀਤ ਸਿੰਘ ਦੀ ਆ। ਤਾਂ ਬਾਪੂ ਜੀ ਮੈਂ ਜਾਂਦੇ ਇਹ ਪੁੱਛਣਾ ਚਾਹੁੰਦਾ, ਜਿਹੜੀ ਜਥੇਬੰਦੀ ਤੁਸੀਂ ਬਣਾਤੀ ਹੈ ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਸ਼ਹੀਦਾਂ, ਇਹਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਕੀ ਕੁਝ ਵੱਖਰੀਆਂ ਸ਼ਰਤਾਂ ਨੇ, ਔਰ ਕਿੱਥੋਂ ਦੇ ਲੋਕ ਜਿਹੜੇ ਕਿੱਥੋਂ ਦੇ ਕੋਈ ਨੌਜਵਾਨ ਸ਼ਾਮਲ ਹੋ ਸਕਦੇ ਆ? ਕਿਉਂਕਿ ਉਹਨਾਂ ਜਥੇਬੰਦੀਆਂ ਦੇ ਵਿੱਚ ਪੁਰਾਣੀਆਂ ਦੇ ਵਿੱਚ ਵੀ ਕਾਫੀ ਆਪਸ ਕਾਟੋ ਕਲੇਸ਼ ਹੈਗਾ, ਪ੍ਰਧਾਨਗੀਆਂ ਨੂੰ ਲੈ ਕੇ ਆ, ਪਿੰਡਾਂ ਦੇ ਵਿੱਚ ਉਗਰਾਹੀਆਂ ਨੂੰ ਲੈ ਕੇ ਬਹੁਤ ਸਾਰੇ, ਜਿਹੜਾ ਅਸੀਂ ਅੱਜੇ ਚਲੋ ਖੈਰ ਚਰਚਾ ਨਹੀਂ ਕਰਨਾ ਚਾਹੁੰਦੇ, ਉਹਨਾਂ ਦੇ ਉੱਤੇ ਕੋਈ ਗਰੀਬ ਕਿਸਾਨ ਜਿਹੜੇ ਆ ਉਹ ਵੀ ਇਲਜ਼ਾਮ ਲਾਉਂਦੇ ਵੀ ਆਹ ਜਥੇਬੰਦੀ ਨੇ ਮੇਰੀ ਜ਼ਮੀਨ ਦਾ ਧੱਕਾ ਕਰਾਤਾ, ਖਾਲਿਆਂ ਦੇ ਰੌਲੇ, ਬੜਾ ਕੁਛ ਤੁਹਾਨੂੰ ਪਤਾ। ਜਿਹੜੀ ਜਦੋਂ ਤਾਕਤ ਆ ਜਾਂਦੀ ਉਹ ਚਾਹੇ ਕਿਸੇ ਜਥੇਬੰਦੀ ਕੋਲ ਹੋਵੇ, ਚਾਹੇ ਕਿਸੇ ਸਿਆਸੀ ਬੰਦੇ ਕੋਲ ਹੋਵੇ, ਜਦੋਂ ਪੂਛ ਲੱਗ ਜਾਂਦੀ ਨਾ ਪ੍ਰਧਾਨਗੀ ਵਾਲੀ, ਉਹ ਬੜਾ ਕੁਝ ਕਰਾ ਦਿੰਦੀ ਆ। ਤਾਂ ਤੁਹਾਡੀ ਇਹ ਜਥੇਬੰਦੀ 'ਚ ਪ੍ਰਧਾਨਗੀ ਵਾਲੀ ਪੂਛ ਤਾਂ ਨਹੀਂ ਹੋਊਗੀ? ਜੇ ਕੋਈ ਲਾਓਗੇ ਤਾਂ ਕੀ ਸ਼ਰਤਾਂ ਕੀ ਇਹਦੇ ਵਾਸਤੇ? ਇਹ ਸਾਡਾ ਬਕਾਇਦਾ ਸੰਵਿਧਾਨ ਨਾਲ ਇਹ ਜਥੇਬੰਦੀ ਚੱਲੇਗੀ। ਸਾਡਾ ਇੱਕ ਵਾਰੀ ਪ੍ਰਧਾਨ ਬਣ ਗਿਆ ਤਾਂ ਸਾਰੀ ਉਮਰ ਨਹੀਂ ਰਹੇਗਾ। ਇੱਕ ਪ੍ਰਧਾਨ ਨੂੰ 2 ਟਰਮ ਮਿਲਣਗੇ, ਇੱਕ ਟਰਮ 2 ਸਾਲ ਦੀ ਹੋਏਗੀ। ਬਕਾਇਦਾ ਇਹ ਸਾਰਾ ਸਿਸਟਮ ਜਿਹੜਾ ਉਹ ਸੰਵਿਧਾਨ ਵਿੱਚ ਲਿਖਤੀ ਹੋਏਗਾ। ਜਿਹੜਾ ਅਸੀਂ ਉਮੀਦ ਕਰਦੇ ਹਾਂ ਵੀ ਫੈਡਰਲ ਸਿਸਟਮ ਜਿਹੜਾ ਹੈ ਜਾਂ ਕੋਈ ਸੰਵਿਧਾਨਕ ਦਾਇਰੇ ਦੇ ਅੰਦਰ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਕੋਈ ਵੀ ਸੂਬਾ ਹੈ ਜਾਂ ਸਟੇਟ ਹੈ ਜਾਂ ਜਥੇਬੰਦੀ ਆ, ਉਹ ਕਿਸੇ ਸੰਵਿਧਾਨ ਨਾਲ ਚੱਲਣੀ ਚਾਹੀਦੀ। ਅਸੀਂ ਉਹ ਬਕਾਇਦਾ ਸੰਵਿਧਾਨ ਨਾਲ ਇਹ ਜਥੇਬੰਦੀ ਨੂੰ ਚਲਾਵਾਂਗੇ। ਇਹ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਮਤਲਬ ਪਿੰਡ ਲੈਵਲ ਤੋਂ ਲੈ ਕੇ ਸਟੇਟ ਲੈਵਲ ਦੀ ਜਥੇਬੰਦੀ ਹੋਏਗੀ, ਔਰ ਇਹਦੇ ਵਿੱਚ ਜਿਹੜੇ ਹੈਗੇ ਮੈਂਬਰਸ਼ਿਪ ਵੀ ਹੋਏਗੀ, ਬਲਾਕ ਲੈਵਲ 'ਤੇ ਵੀ ਹੋਏਗੀ, ਜ਼ਿਲ੍ਹੇ ਲੈਵਲ 'ਤੇ ਵੀ ਹੋਏਗੀ। ਜਿਹੜਾ ਸਾਡਾ ਪ੍ਰਧਾਨਗੀ ਮੰਡਲ ਹੈ, ਜਿਹੜੀ 31 ਮੈਂਬਰੀ ਐਗਜ਼ੈਕਟਿਵ ਕਮੇਟੀ ਆ, ਉਹਦੀ ਟਰਮ ਵੀ 2 ਸਾਲ ਦੀ ਹੋਏਗੀ, ਔਰ ਉਹਨੂੰ ਵੀ ਅਧਿਕਾਰ ਹੋਣਗੇ ਜਿਹੜੇ ਉਹ ਸਵਾਲ ਆਪਣੇ ਇਹ ਨਹੀਂਗਾ ਵੀ ਪ੍ਰਧਾਨ ਜਿਹੜਾ ਬਣ ਗਿਆ ਅਤੇ ਉਹ ਅਪਹੁੰਚ ਹੋ ਗਿਆ। ਵੀ ਉਹ ਹੁਣ ਆਪਾਂ ਸਿਸਟਮ ਤੇ ਇਹੀ ਵੇਖ ਰਹੇ ਹਾਂ ਨਾ, ਵੀ ਜਿਹੜਾ ਇੱਕ ਵਾਰੀ ਪ੍ਰਧਾਨ ਬਣ ਗਿਆ ਉਹ ਸਾਰੀ ਜ਼ਿੰਦਗੀ ਲਈ ਪ੍ਰਧਾਨ ਹੀ ਹੈ। ਭਾਵੇਂ ਉਹਦੇ ਨਾਲ ਕੋਈ ਜਨਰਲ ਸਕੱਤਰ ਵੀ ਹੈ ਨਹੀਂਗਾ, ਕਈਆਂ ਕੋਲੇ ਤਾਂ ਕਈਆਂ ਕੋਲ ਸੈਕਟਰੀ ਵੀ ਹੈ ਨਹੀਂਗਾ, ਇਕੱਲਾ ਪ੍ਰਧਾਨ ਹੀ ਇੱਕੋ ਹੀ ਆ ਤੇ ਉਹਦੀ ਇਕੱਲੇ ਦੀ ਜਥੇਬੰਦੀ ਹੈਗੀ। ਐਸਾ ਸਿਸਟਮ ਸਾਡੇ ਵਿੱਚ ਨਹੀਂ ਹੋਏਗਾ, ਕਿਉਂਕਿ ਅਸੀਂ ਇਹਨੂੰ ਇੱਕ ਬਹੁਤ ਵੱਡਾ ਮਜ਼ਬੂਤ ਆਧਾਰ ਜਿਹੜਾ ਬਣਾਉਣਾ ਹੈ ਇਸ ਦਾ, ਔਰ ਇਸ ਨੂੰ ਰੋਲ ਮਾਡਲ ਦੇ ਤਰ੍ਹਾਂ ਅਸੀਂ, ਕਿਉਂਕਿ ਪੜ੍ਹੇ ਲਿਖੇ ਨੌਜਵਾਨ ਨੇ ਜਿਹੜੇ ਹੁਣ ਪ੍ਰੋਫੈਸਰ ਸਾਹਿਬ ਨੇ, ਦੋਵੇਂ ਪ੍ਰੋਫੈਸਰ ਨੇ ਪਟਿਆਲੇ ਦੇ ਮੇਰੇ ਸਾਹਮਣੇ ਖੜੇ ਨੇ, ਤੇ ਇਹੋ ਜਿਹੇ ਜਿਹੜੇ ਪੜ੍ਹੇ ਲਿਖੇ ਜਿਹੜੇ ਸਮਝ ਰੱਖਦੇ, ਜਿਹਨਾਂ ਕੋਲ ਵਿਜ਼ਨ ਆ, ਉਹ ਜਦੋਂ ਇਸ ਜਥੇਬੰਦੀ ਨੂੰ ਬਣਾਉਣਗੇ ਤਾਂ ਮੈਂ ਉਮੀਦ ਕਰ ਸਕਦਾ ਕਿ ਇਹ ਇੱਕ ਮਾਡਲ ਬਣੇਗਾ ਪੰਜਾਬ ਵਾਸਤੇ ਨਹੀਂ, ਪੂਰੇ ਦੇਸ਼ ਵਾਸਤੇ। ਤਾਂ ਜਦੋਂ ਭਲੇ ਵੇਲੇ ਜਿਹੜੀ ਕਿਸਾਨੀ ਆ ਉਹ ਕੁਛ ਹੋਰ ਤਰੀਕੇ ਦੀ ਸੀ, ਤਾਂ ਯੂਨੀਅਨਾਂ ਦਾ ਤਰੀਕਾ ਵੀ ਹੋਰ ਸੀ। ਯੂਨੀਅਨਾਂ ਦੇ ਵਿੱਚ ਜਿਹੜਾ ਉਹ ਕੰਮ ਕਰਨ ਦਾ ਤਰੀਕਾ ਹੋਰ ਸੀ, ਉਹਨਾਂ ਦੇ ਢਾਂਚੇ ਵੀ ਵੱਖਰੇ ਸੀ। ਹੁਣ ਜਿਹੜੀ ਖੇਤੀ ਕਾਨੂੰਨਾਂ ਦੀ ਲੜਾਈ ਆ, ਉਹਦੇ 'ਚ ਨੌਜਵਾਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਉਹ ਹਥਿਆਰ ਚਾਹੇ ਸੋਸ਼ਲ ਮੀਡੀਆ ਸੀ ਜਾਂ ਚਾਹੇ ਕੁਛ ਵੀ ਸੀਗਾ, ਵਿਦੇਸ਼ਾਂ ਦੇ ਵਿੱਚ ਬੈਠੇ ਵੀ ਸਾਡੇ ਜਿਹੜੇ ਭੈਣ ਭਾਈ ਆ ਉਹ ਵਿਦੇਸ਼ਾਂ 'ਚ ਪੜ੍ਹਨ ਗਏ ਆ, ਉਹ ਵੀ ਉੱਥੇ ਬੱਤੀਆਂ ਵਾਲੇ ਚੌਂਕਾਂ 'ਤੇ ਖਲੋ ਕੇ ਕਿਸਾਨ ਸੰਘਰਸ਼ ਦੇ ਨਾਅਰੇ ਲਾਉਂਦੇ ਰਹੇ ਆ। ਤਾਂ ਕਿਉਂ ਨਾ ਇਹ ਨੌਜਵਾਨ ਜਿਹੜੇ ਆ ਕੁਛ ਨਵਾਂ ਆਪਣੇ ਪੱਧਰ 'ਤੇ ਕਰਨ, ਤਾਂ ਕਿ ਜਿਹੜੇ ਮਾਫ ਕਰਨਾ ਸਾਡੇ ਬਜ਼ੁਰਗ ਆ, ਜਿਨ੍ਹਾਂ ਤੋਂ ਕਈ ਵਾਰੀ ਸਾਨੂੰ ਹੋ ਜਾਂਦਾ ਯਾਰ ਆਹ ਕੰਮ ਨਹੀਂ ਸੀ ਕਰਨਾ ਚਾਹੀਦਾ, ਇੱਥੇ ਢਿੱਲੇ ਵਗਦੇ, ਕਿਉਂਕਿ ਬਜ਼ੁਰਗਾਂ ਦੀ ਜਿਹੜੀ ਵਿਚਾਰਧਾਰਾ ਸੋਚਣੀ ਕਿਸੇ ਹੋਰ ਲੈਵਲ ਦੀ ਹੁੰਦੀ ਆ। ਕਈ ਵਾਰੀ ਸਾਰੀ ਉਮਰ ਬੰਦੇ ਨੇ ਕੋਈ ਕਦੇ ਕਿਸੇ ਜਥੇਬੰਦੀ ਦੀ ਚਾਹ ਪੀਤੀ ਹੁੰਦੀ, ਕਿਸੇ ਸਿਆਸੀ ਪਾਰਟੀ ਦੀ ਚਾਹ ਪੀਤੀ ਹੁੰਦੀ ਆ, ਫਿਰ ਅਸੀਂ ਕਹਿ ਦਿੰਦੇ ਯਾਰ ਇਹਦੀ ਤਾਂ ਫਲਾਣੀ ਨਾ ਫੋਟੋ ਆ। ਹੁਣ ਸਾਰੇ ਨੌਜਵਾਨ ਜਿੱਦਾਂ ਪ੍ਰੋਫੈਸਰ ਕੁਛ ਨੌਜਵਾਨਾਂ 'ਚ ਸ਼ਾਮਲ ਹੋਏ, ਪੜ੍ਹੇ ਲਿਖੇ ਆ, ਬੇਸ਼ੱਕ ਉਹ ਹੱਥੀਂ ਖੇਤੀ ਨਾ ਕਰਦੇ ਹੋਣਗੇ, ਪਰ ਜਿਹੜੀ ਹੁਣ ਖੇਤੀ ਆ ਉਹ ਇਕੱਲੇ ਹੱਥਾਂ ਦੀ ਨਹੀਂ ਰਹਿ ਗਈ। ਹੁਣ ਖੇਤੀ ਉਹ ਵੀ ਤਕਨੀਕ ਨਾਲ ਕੀਤੀ ਜਾ ਰਹੀ ਆ। ਉਹੀ ਖੇਤੀ ਕਾਨੂੰਨ ਜਿਹੜੇ ਨਵੇਂ ਤਰੀਕੇ ਦੇ ਸਰਕਾਰ ਕਹਿੰਦੀ ਜੇ ਅਸੀਂ ਨਵੀਂ ਖੇਤੀ ਸਿਖਾਵਾਂਗੇ, ਤੁਹਾਨੂੰ ਦੱਸਾਂਗੇ ਕੀ ਫਾਇਦੇ ਆ, ਕਿਵੇਂ ਕਿਸਾਨ ਜਿਹੜਾ ਰਾਜਾ ਬਣੂਗਾ। ਪਰ ਅਸਲ 'ਚ ਉਹ ਰਾਜਾ ਕਿਸਾਨ ਨੂੰ ਨਹੀਂ ਬਣਾਉਣਾ ਚਾਹੁੰਦੇ, ਉਹ ਉਹਨਾਂ ਨੂੰ ਬਣਾਉਣਾ ਚਾਹੁੰਦੇ ਆ ਜਿਨ੍ਹਾਂ ਨੇ ਟੱਲ ਖੜਕਾਉਣ ਵਾਲੇ ਪੁਜਾਰੀਆਂ ਨੂੰ ਲਿਆ ਕੇ ਯੂਪੀ ਦੇ ਮੁੱਖ ਮੰਤਰੀ ਬਣਾਤਾ। ਤਾਂ ਉਹਨਾਂ ਨੂੰ ਟੱਕਰ ਦੇਣ ਦੇ ਵਾਸਤੇ ਪੜ੍ਹਿਆ ਲਿਖਿਆ ਵਰਗ ਜਿਹੜਾ ਉਹ ਇੱਕ ਨਵੀਂ ਜਥੇਬੰਦੀ ਜਿਹੜੀ ਆ ਉਹ ਲੈ ਕੇ ਆ ਰਿਹਾ ਔਰ ਲੈ ਕੇ ਆਂਦੀ ਗਈ ਆ। ਔਰ ਇੱਕ ਬੜੀ ਸੁਹਾਵਣੀ ਗੱਲ ਆ ਕਿ ਬਹੁਤ ਸਾਰੀਆਂ ਜਥੇਬੰਦੀਆਂ ਅਸੀਂ ਸੁਣਦੇ ਸੀ ਵੀ ਇਹ ਫਲਾਣੇਵਾਲ, ਡੱਲੇਵਾਲ, ਲੱਖੇਵਾਲ, ਰਾਜੇਵਾਲ, ਉਗਰਾਹਾਂ ਹੈਗੀ ਆ, ਫਲਾਣਾ ਧਮਕਾ ਆ। ਤਾਂ ਇਹ ਜਥੇਬੰਦੀ
ਜਿਹੜੀ ਆ ਕਿਸੇ ਵਾਲ ਦੀ ਨਹੀਂ ਹੋਊਗੀ, ਕਿਸੇ ਪਿੰਡ ਦੀ ਨਹੀਂ ਹੋਊਗੀ, ਇਹ ਜਥੇਬੰਦੀ ਹੋਊਗੀ ਸ਼ਹੀਦਾਂ ਦੀ। ਔਰ ਉਹ ਸ਼ਹੀਦ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਲਾ ਗਏ ਨੇ, ਜਿੰਦੇ ਵਿੱਚ ਚਾਹੇ ਤਾਂ 13-14 ਸਾਲਾਂ ਦਾ ਦੁਆਬੇ ਦਾ ਉਹ ਨੌਜਵਾਨ ਜਿਹੜਾ ਟਰਾਲੀ ਤੋਂ ਡਿੱਗ ਕੇ ਜਿਹਦੀ ਮੌਤ ਹੋ ਗਈ, ਇੱਕ ਉਹ ਨੌਜਵਾਨ ਜਿਹਨੇ USA ਨੂੰ ਜਾਣਾ ਸੀ ਪਰ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ, ਸੜਕ ਹਾਦਸੇ ਦਾ ਸ਼ਿਕਾਰ ਉਹ ਕਿਸਾਨ ਸੰਘਰਸ਼ ਦੇ ਵਿੱਚੋਂ ਜਾਂਦਾ ਹੋਇਆ, ਚਾਹੇ ਉਹ ਨੌਜਵਾਨ ਸ਼ਹੀਦ ਨਵਰੀਤ ਸਿੰਘ ਜਿਹੜਾ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਵਿੱਚ ਉਹ ਰੂਟ ਜਿਹੜਾ ਕਿਸਾਨ ਲੀਡਰਾਂ ਨੇ ਦੱਸਿਆ ਹੋਇਆ ਸੀ, ਉਹ ਰੂਟ ਜਿਹੜਾ ਸਰਕਾਰ ਨੇ ਦੱਸਿਆ ਹੋਇਆ ਸੀ, ਉਹ ਸਹੀ ਰੂਟ ਦੇ ਉੱਤੇ ਜਾਂਦਾ ਗੋਲੀ ਦਾ ਸ਼ਿਕਾਰ ਹੋਇਆ। ਤੇ ਮਾਫ ਕਰਨਾ, ਇਹ ਗੱਲ ਕਹਿੰਦਾ ਸਾਡਾ ਸਿਰ ਝੁਕ ਜਾਂਦਾ ਵੀ ਕਿਸਾਨ ਲੀਡਰ ਕਈ ਦਿਨ ਉਸ ਵੀਰ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਵੀ ਨਾ ਮਾਰ ਸਕੇ। ਤਾਂ ਜਿਹੜਾ ਸਮਾਂ ਸਵਾਲ ਕਰਦਾ ਹੈ, ਮੰਗ ਕਰਦਾ, ਅੱਜ ਵੀ ਦਿੱਲੀ ਦੀ ਸਰਕਾਰ ਦੀ ਜਿਹੜੀ ਨਿਗਾਹ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਹੈ। 3 ਨੌਜਵਾਨ ਪਿਛਲੇ 1 ਹਫ਼ਤੇ ਦੇ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਕੋਈ ਵੱਡਾ ਕਿਸਾਨ ਲੀਡਰ ਇੱਕ ਸਟੇਟਮੈਂਟ ਤੱਕ ਜਿਹੜੀ ਆ ਉਹ ਨਹੀਂ ਦੇ ਸਕਿਆ। ਕਿਉਂ ਬਈ? ਜਦੋਂ ਡਾਂਗਾਂ ਖਾਣੀਆਂ ਹੋਣ ਇਹ ਪੁੱਤ, ਜਦੋਂ ਦਿੱਲੀ ਦੀ ਹਿੱਕ ਤੇ ਟਰੈਕਟਰ ਚੜਾਉਣੇ ਹੋਣ ਤਾਂ ਇਹ ਪੰਜਾਬ ਦੇ ਪੁੱਤ ਅੱਜ ਪਰਚੇ ਕੀਤੇ ਜਾ ਰਹੇ ਆ, 5-5 ਦਿਨਾਂ ਦਾ ਰਿਮਾਂਡ ਲਿਆ ਜਾ ਰਿਹਾ। ਰਿਮਾਂਡ ਦੇ ਵਿੱਚ ਸਾਨੂੰ ਵੀ ਪਤਾ ਕੀ ਹੁੰਦਾ, ਉਹਦੇ ਬਰਫੀ ਨਹੀਂ ਖਵਾਈ ਜਾਣੀ, ਟੌਰਚਰ ਕੀਤਾ ਜਾਊਗਾ। ਤਾਂ ਇਹਨਾਂ ਦੇ ਹੱਕ ਦੇ ਵਿੱਚ ਆਵਾਜ਼ ਕਿਉਂ ਨਹੀਂ ਉਠਾਈ ਜਾ ਰਹੀ? ਇਹ ਜਿਹੜੀਆਂ ਗੱਲਾਂ, ਜੇ ਅੱਜ ਵੀ ਇਹਨਾਂ ਨੌਜਵਾਨਾਂ ਦੀ ਕਿਸੇ ਨੇ ਬਾਂਹ ਨਾ ਫੜੀ ਤਾਂ ਗਾਂ ਨੂੰ ਇਹ ਤਾਂ ਆਪਣੇ ਕੰਨਾਂ 'ਚ ਹੈੱਡਫੋਨ ਲਾ ਕੇ ਸੁਣਨਗੇ ਗਾਣੇ, ਇਹ ਤਾਂ ਫਿਰ ਲੀਡਰਾਂ ਗਾਇਕਾਂ ਪਿੱਛੇ ਲੜਨਗੇ। ਇਹਨਾਂ ਨੂੰ ਕੀ ਲੋੜ ਆ ਖੇਤੀ ਦੀਆਂ ਜੰਗਾਂ ਲੜਨ ਦੀ? ਤਾਂ ਇਹ ਗੱਲਾਂ ਜਿਹੜੀਆਂ ਉਹਨਾਂ ਨੌਜਵਾਨਾਂ ਦੇ ਮਾਪੇ ਜਿਹੜੇ ਆ ਸਾਡੇ ਨਾਲ ਇੰਟਰਵਿਊਜ਼ ਕਰਦੇ, ਉਹ ਕਹਿੰਦੇ ਵੀ ਅਸੀਂ ਕੀ ਲੈਣਾ ਸੀ, ਅਸੀਂ ਤਾਂ ਐਵੇਂ ਪੰਗਾ ਹੀ ਲੈ ਲਿਆ ਮੁੰਡਿਆਂ ਨੂੰ ਦਿੱਲੀ ਭੇਜ ਕੇ। ਸਾਨੂੰ ਨਹੀਂ ਸੀ ਪਤਾ, ਜਿਨ੍ਹਾਂ ਨੇ ਕਿਹਾ ਸੀ ਵੀ ਦਿੱਲੀ ਆਓ ਟਰੈਕਟਰ ਲੈ ਕੇ, ਇਹਨਾਂ ਨੇ ਸਾਡੀ ਬਾਤ ਵੀ ਨਹੀਂ ਪੁੱਛਣੀ। ਬੂਟਾ ਸਿੰਘ, ਗੁਰਜੋਤ ਸਿੰਘ ਤੇ ਇੱਕ ਨੌਜਵਾਨ ਹੋਰ ਦੀ ਗ੍ਰਿਫਤਾਰੀ ਹੋਈ ਆ। 4-5 ਦਿਨਾਂ ਦਾ ਉਹਨਾਂ ਦਾ ਜਿਹੜਾ ਰਿਮਾਂਡ ਲਿਆ ਗਿਆ। ਰਿਮਾਂਡ ਤੋਂ ਬਾਅਦ ਨਵੇਂ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਜਾ ਰਹੇ ਆ। ਤਾਂ ਇਹ ਜਿਹੜੀਆਂ ਗੱਲਾਂ ਬਹੁਤ ਸਾਰੇ ਸਵਾਲ ਖੜੇ ਕਰਦੀਆਂ। ਨੌਜਵਾਨਾਂ ਨੂੰ ਜੇ ਨਾਲ ਤੋਰਨਾ, ਉਹਨਾਂ ਦੀਆਂ ਬਾਹਾਂ ਬਣੋ। ਅਸੀਂ ਕਹਿ ਦਿੰਦੇ ਹਾਂ ਜੀ ਅਸੀਂ ਕੋਈ ਪੁੱਤ ਤੇ ਨਹੀਂ ਮਰਾਇਆ, ਫਲਾਣੇ ਨੇ ਸੰਘਰਸ਼ 'ਚ ਇੰਨੇ ਮਰਾਤੇ ਜੀ, ਉਹ ਧਾਰਮਿਕ ਸੰਘਰਸ਼ 'ਚ ਇੰਨੇ ਮਰਾਤੇ, ਤੇ ਇਹ ਮਰਨ ਤੋਂ ਕੋਈ ਘੱਟ ਨਹੀਂਗਾ। ਜਿਨ੍ਹਾਂ ਨੂੰ ਮਾਝੇ 'ਚੋਂ ਜਾ ਕੇ ਦਿੱਲੀ ਤਰੀਕਾਂ ਭੁਗਤਣੀਆਂ ਪੈਣਗੀਆਂ, ਜਿਉਂਦੇ ਦਾ ਮਰਨ ਹੋ ਜਾਂਦਾ। ਵਕੀਲਾਂ ਦੀਆਂ ਫੀਸਾਂ ਕਿੰਨੀਆਂ ਨੇ, ਬਹੁਤ ਸਾਰੀਆਂ ਗੱਲਾਂ ਜਦੋਂ ਅਸੀਂ ਪ੍ਰੈਕਟੀਕਲੀ ਸੋਚਦੇ ਹਾਂ। ਜਿਹੜਾ ਕੋਈ 5-7 ਕਿੱਲਿਆਂ ਵਾਲਾ ਜਿਹੜਾ ਜ਼ਿਮੀਂਦਾਰ ਆ, ਉਹ ਕਿੱਥੋਂ ਦਿੱਲੀ ਵਾਲਾ ਕੇਸ ਭੁਗਤ ਲੂਗਾ NIA ਦਾ? ਜਿਹਨਾਂ ਨੂੰ NIA ਦੇ ਫੁੱਲ ਫਾਰਮ ਨਹੀਂ ਪਤਾ, ਕਿੱਥੋਂ ਹਾਈ ਕੋਰਟ ਦੇ ਵਕੀਲ ਕਰਕੇ NIA ਨੂੰ ਚੈਲੰਜ ਕਰ ਲੈਣਗੇ? ਤਾਂ ਇਹ ਗੱਲਾਂ ਦੇ ਸਵਾਲ ਜਿਹੜੇ ਆ ਉਹ ਉਹਨਾਂ ਦੇ ਮਾਪੇ ਕਰਦੇ ਆ। ਤੇ KTV ਦੇ ਮਾਧਿਅਮ ਰਾਹੀਂ ਅਸੀਂ ਧੰਨਵਾਦ ਵੀ ਕਰਦੇ ਬਾਪੂ ਹਰਦੀਪ ਸਿੰਘ ਡਿਬੜਬਾ ਦੇ, ਜਿਹੜੇ ਇੱਕ ਸ਼ਹੀਦ ਦੇ ਦਾਦਾ ਜੀ ਹੋਣ ਦੇ ਨਾਤੇ, ਉਹਨਾਂ ਸਾਰੀਆਂ ਸ਼ਹੀਦਾਂ ਦੇ ਦਾਦਾ ਜੀ ਹੋਣ ਦਾ, ਪਿਤਾ ਹੋਣ ਦਾ, ਭਾਈ ਹੋਣ ਦਾ, ਦਾਦਾ ਪਿਓ ਹੋਣ ਦਾ ਫਰਜ਼ ਨਿਭਾ ਰਹੇ ਆ। ਔਰ ਸਾਰੇ ਉਹ ਨੌਜਵਾਨ ਜਿਨ੍ਹਾਂ ਨੇ ਇਸ ਜਥੇਬੰਦੀ ਦਾ ਗਠਨ ਕੀਤਾ, ਅਸੀਂ ਉਮੀਦ ਕਰਦੇ ਹਾਂ, ਇਹ ਵੀ ਆਸ ਕਰਦੇ ਹਾਂ ਕਿ ਬਾਕੀ ਜਥੇਬੰਦੀਆਂ ਦੇ ਵਾਂਗ ਇਹ ਵੀ ਆਪਸੀ ਪ੍ਰਧਾਨਗੀਆਂ ਦੇ ਰੌਲੇ ਪਿੱਛੇ ਨਾ ਉਲਝਣਗੇ। ਦੂਜੇ ਜਥੇਬੰਦੀ ਦੇ ਬੰਦੇ ਟੁੱਟ ਕੇ ਮੇਰੇ 'ਚ ਆ ਰਹੇ ਆ, ਮੇਰੇ ਤੀਜੇ 'ਚ ਜਾ ਰਹੇ, ਉਹਦੇ ਇੱਧਰ ਆ ਰਹੇ ਆ। ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਲੜਾਈ ਜਿਹੜੀ ਆ ਹੱਕਾਂ ਦੀ ਤੇ ਹੋਣ ਦੀ ਆ, ਨਾ ਕਿ ਜਥੇਬੰਦੀਆਂ ਦੇ ਵੱਡੇ ਹੋਣ ਦੀ ਆ। ਬਾਪੂ ਜੀ ਹੋਰ ਤੁਸੀਂ ਕੁਝ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਤਾਂ ਜ਼ਰੂਰ ਸੁਣਿਆ। ਬਸ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਜਿਵੇਂ ਪਿੱਛੇ ਸਾਥ ਦਿੱਤਾ ਹੈ ਇਸ ਅੰਦੋਲਨ ਨੂੰ, ਇਵੇਂ ਬਣਾਈ ਰੱਖੋ। ਤੇ ਦੁਨੀਆ ਨੂੰ ਜਿਹੜਾ ਸੁਨਾਹ, ਸਭ ਤੋਂ ਵੱਡੀ ਚੀਜ਼ ਆ ਵੀ ਲੋਕਾਂ ਕੋਲੇ ਮੈਸੇਜ ਜਾਣਾ, ਉਹ ਤੁਹਾਡੇ ਥਰੂ ਜਾਂਦਾ ਹੈ। ਤੇ ਮੇਰਾ ਨੌਜਵਾਨਾਂ ਨੂੰ ਜਿਹੜਾ ਹੈਗਾ ਮੈਸੇਜ ਉਹ ਕਲੀਅਰ ਹੀ ਹੈ ਕਿ ਸਾਡੀ ਪਹਿਲੀ ਪ੍ਰਾਥਮਿਕਤਾ ਮੋਰਚੇ ਨੂੰ ਜਿੱਤਣਾ, ਉਦੋਂ ਬਾਅਦ ਦੂਸਰੀਆਂ ਗੱਲਾਂ ਨੇ। ਤੇ ਮੋਰਚਾ ਜਿੱਤਣ ਵਾਸਤੇ ਤੁਹਾਨੂੰ ਲਾਮਬੰਦ ਹੋਣਾ ਪੈਣਾ, ਔਰ ਉਹਦੇ ਲਈ ਅੱਜ ਉਹਨਾਂ ਲਈ ਪਲੇਟਫਾਰਮ ਜਿਹੜਾ ਬਣਾ ਦਿੱਤਾ ਗਿਆ। ਮੋਰਚਾ ਜਿੱਤਣਾ ਲਾਜ਼ਮੀ ਹੈ। ਅਗਸਤ 2020 ਤੋਂ ਲੈ ਕੇ ਅਗਸਤ 2021 ਆਉਣ ਵਾਲਾ, ਤੱਤੀਆਂ ਗੱਡੀ ਦੀਆਂ ਲਾਈਨਾਂ ਦੇ ਉੱਤੇ ਬੈਠਣ ਵਾਲੇ ਉਹ ਬਜ਼ੁਰਗ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਘੇਰਾ ਪਾ ਕੇ ਵੀ ਬੈਠ ਗਏ ਸੀ। ਬਹੁਤ ਕੁਝ ਹੋਇਆ, ਬਹੁਤ ਲੰਬੀਆਂ ਗੱਲਾਂ ਨੇ। ਸੌਖਾ ਨਹੀਂ ਹੁੰਦਾ ਇਹ ਕਹਿ ਕੇ ਵੀ ਅਸੀਂ ਘੇਰਾ ਪਾਵਾਂਗੇ ਔਰ ਸੜਕਾਂ ਛੱਡ ਦੇਣੀਆਂ। ਸੌਖਾ ਨਹੀਂ ਹੁੰਦਾ ਇਹ ਕਹਿ ਕੇ ਵੀ ਅਸੀਂ ਪਾਰਲੀਮੈਂਟ ਨੂੰ ਜਾਵਾਂਗੇ ਪਰ ਉਸ ਤੋਂ ਬਾਅਦ ਰੱਦ ਕਰ ਦੇਣੇ। ਸੌਖਾ ਨਹੀਂ ਹੁੰਦਾ ਇਹ ਕਹਿ ਕੇ ਵੀ ਮੋਦੀ ਦੀ ਹਿੱਕ ਤੇ ਟਰੈਕਟਰ ਚੜ੍ਹਨ ਵਾਲੇ ਰਾਟਾਂ ਪਾਉਂਦੇ ਜਾਣਗੇ, ਉਸ ਤੋਂ ਬਾਅਦ ਕਹਿਣਾ ਵੀ ਇਹ ਗਦਾਰ ਆ। ਬਹੁਤ ਕੁਝ ਇੱਥੇ ਕੋਈ ਕੁਦਰਤੀ ਨਹੀਂ ਹੋਇਆ। ਬੜੀਆਂ ਪਲੈਨਿੰਗਾਂ ਚੱਲ ਰਹੀਆਂ ਨੇ। ਸੂਝਵਾਨ ਹੋਵੋ, ਸੁਚੇਤ ਹੋਵੋ। ਆਪਣੇ ਬੱਚਿਆਂ ਨੂੰ ਸੰਘਰਸ਼ ਦੇ ਵਿੱਚ ਭੇਜਣਾ ਬਹੁਤ ਲਾਜ਼ਮੀ ਹੈ। ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਸਵਾਲ ਕਰਨਗੀਆਂ, ਜਦੋਂ ਖੇਤੀ ਦੀ ਜੰਗ ਚੱਲ ਰਹੀ ਸੀ, ਪਾਪਾ, ਭਾਈ ਜੀ, ਪਾਪਾ ਜੀ, ਚਾਚਾ ਜੀ, ਤੁਸੀਂ ਕਿੱਥੇ ਸੀ? ਤਾਂ ਆਓ ਅਸੀਂ ਆਪਣਾ ਯੋਗਦਾਨ ਇਸ ਸੰਘਰਸ਼ ਦੇ ਵਿੱਚ ਕਿਵੇਂ ਪਾਉਣਾ। ਜਿਨ੍ਹਾਂ ਨੇ ਆਪਣੇ ਵੱਡਿਆਂ ਦੀਆਂ, ਨਿੱਕਿਆਂ ਦੀਆਂ ਜਾਨਾਂ ਇਸ ਸੰਘਰਸ਼ ਦੇ ਲੇਖੇ ਲਾਈਆਂ, ਉਹ ਵੀ ਸਾਡੇ ਮੂੰਹ ਵੱਲ ਦੇਖਦੇ ਨੇ, ਇਹਨਾਂ ਕਿਸਾਨ ਲੀਡਰਾਂ ਦੇ ਮੂੰਹ ਵੱਲ ਦੇਖਦੇ ਨੇ। ਤੇ ਇਹਨਾਂ ਦੇ ਮਨਾਂ ਦੇ ਵਿੱਚ ਕਿਤੇ 2022 ਦਾ ਸੁਪਨਾ ਤਾਂ ਨਹੀਂ ਦਿਸਣ ਲੱਗ ਪਿਆ, 2024 ਦਾ ਸੁਪਨਾ ਤਾਂ ਨਹੀਂ ਦਿਸਣ ਲੱਗ ਪਿਆ। ਸਾਡਾ ਸੁਪਨਾ ਸਭ ਤੋਂ ਪਹਿਲਾਂ ਉਹੀ ਹੋਣਾ ਚਾਹੀਦਾ ਜਿਹੜਾ ਅਸੀਂ ਯੈਸ ਔਰ ਨੋ, ਖੇਤੀ ਕਾਨੂੰਨ ਰੱਦ ਕਰੋਗੇ ਜਾਂ ਨਹੀਂ ਕਰੋਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।